ਸਮਝਦੇ ਹੋਏ ਤੇ ਸੁਚੇਤ ਹੋ ਕੇ ਇੱਕ ਅੱਛੇ ਸਿਪਾਹੀ ਦੀ ਤਰ੍ਹਾਂ ਇਸ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਔਰ ਸਾਡੀ ਇਸ ਫੌਜੀ ਦਸਤੇ ਦੀ ਕਪਤਾਨ ਪ੍ਰੀਤੀ ਗਿੱਲ, ਜੋ ਮਾਝਾ ਹਾਊਸ ਦੇ ਫਾਊਂਡਰ ਬਾਨੀ ਨੇ, ਤੇ ਪ੍ਰਭਾ ਖੇਤਾਨ ਫਾਊਂਡੇਸ਼ਨ, ਜਿਸ ਨੇ ਨਾ ਕੇਵਲ ਇੰਡੀਆ ਬਲਕਿ ਪੂਰੀ ਦੁਨੀਆ ਦੇ ਵਿੱਚ ਅਦਬ ਤੇ ਸਾਹਿਤ ਨੂੰ ਪ੍ਰਫੁੱਲਤ ਕਰਨ ਵਾਸਤੇ ਇੱਕ ਬੀੜਾ ਚੁੱਕਿਆ ਹੈ ਤੇ ਆਪਣੇ ਵੱਖ-ਵੱਖ ਬੈਨਰਾਂ ਹੇਠ ਜਿਸ ਤਰ੍ਹਾਂ ਕਲਮ, ਅਹਿਸਾਸ, ਆਖਰ, ਬਹੁਤ ਸਾਰੇ ਇਸ ਤਰ੍ਹਾਂ ਦੇ ਬੈਨਰਸ ਥੱਲੇ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਯੋਗਦਾਨ ਪਾ ਰਹੀ ਹੈ। ਮਾਝਾ ਹਾਊਸ ਦੇ ਨਾਲ ਇਹ ਨਿਵੇਕਲੀ ਸਾਂਝ ਤੇ ਗਲਵਕੜੀ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਹੈ। ਪਹਿਲੀ ਗਲਵਕੜੀ ਦੇ ਵਿੱਚ ਅਸੀਂ ਡਾਕਟਰ ਸੁਰਜੀਤ ਪਾਤਰ ਦੇ ਨਾਲ ਜੱਫੀ ਪਾਈ, ਦੂਸਰੀ ਦੇ ਵਿੱਚ ਦੇਸ ਰਾਜ ਕਾਲੀ ਜੀ ਦੇ ਨਾਲ, ਔਰ ਅੱਜ ਤੀਸਰੀ ਇਸ ਗਲਵਕੜੀ ਦੇ ਵਿੱਚ ਜਿਸ ਮਹਾਨ ਹਸਤੀ ਸ਼ਖਸੀਅਤ ਦੇ ਨਾਲ ਤੁਹਾਨੂੰ ਅੱਜ ਮੈਂ ਰੂਬਰੂ ਕਰਾਉਣ ਜਾ ਰਿਹਾ ਹਾਂ। ਉਸ ਤੋਂ ਪਹਿਲਾਂ ਮੈਂ 2-3 ਬੇਨਤੀਆਂ ਕਰਨੀਆਂ ਨੇ ਤੁਹਾਨੂੰ। ਇੱਕ, ਤੇ ਜਿੰਨੇ ਵੀ ਪਾਰਟਿਸਪੈਂਟਸ ਨੇ ਇਸ ਵੇਲੇ ਬਾਹਰਲੇ ਦੇਸ਼ਾਂ ਤੋਂ ਜਾਂ ਸਾਡੇ ਇਸ ਮੁਲਕ ਤੋਂ, ਤੁਹਾਡੇ ਸਾਰਿਆਂ ਦੇ ਮਿਊਟ ਕਰ ਦਿੱਤੇ ਜਾਣਗੇ ਔਰ ਵੀਡੀਓ ਉਹਨਾਂ ਦੇ ਆਫ ਕਰ ਦਿੱਤੇ ਜਾਣਗੇ। ਜਿਹੜਾ ਸਾਡਾ ਟੈਕਨੀਕਲ ਹੈਡ ਹੈ ਪ੍ਰੋਫੈਸਰ ਡਾਕਟਰ ਵੀਨਸ, ਉਹ ਜਿਸ ਵੇਲੇ ਕੁਐਸਚਨ ਆਨਸਰ ਸੈਸ਼ਨ ਹੋਏਗਾ ਉਸ ਵੇਲੇ ਉਹਨਾਂ ਨੂੰ ਔਨ ਕਰਨਗੇ। ਤੁਸੀਂ ਆਪਣੇ ਸੈਟਸ ਦੇ ਨਾਲ ਉਹਨਾਂ ਦੇ ਨਾਲ ਫਿਡਲ ਆਊਟ ਨਾ ਕਰਨਾ, ਉਹਨਾਂ ਦੀ ਨਾਲ ਛੇੜਖਾਨੀ ਨਾ ਕਰਨਾ। ਦੂਸਰਾ, ਧੰਨਵਾਦ ਪੂਰੇ ਪ੍ਰਿੰਟ ਮੀਡੀਆ ਦਾ ਔਰ ਮਲਟੀਮੀਡੀਆ ਦਾ, ਟੈਲੀਮੀਡੀਆ ਦਾ, ਜਿਹੜੇ ਕਰੋਨਾ ਦੀਆਂ ਵੱਖ-ਵੱਖ ਖਬਰਾਂ ਦੇ ਨਾਲ ਭਰੀਆਂ ਹੋਈਆਂ ਅਖਬਾਰਾਂ ਦੇ ਵਿੱਚ ਵੀ ਇਹਨਾਂ ਆਨਲਾਈਨ ਲਿਟਰੇਰੀ ਸੈਸ਼ਨਸ ਨੂੰ ਸਾਨੂੰ ਥਾਂ ਦੇ ਕੇ ਬਾਕੀਆਂ ਵਾਸਤੇ ਇੱਕ ਪ੍ਰੇਰਨਾ ਸਰੋਤ ਬਣ ਰਹੇ ਨੇ, ਬਾਕੀਆਂ ਵਾਸਤੇ ਇੱਕ ਇੰਸਪੀਰੇਸ਼ਨ ਦਾ ਰੀਜ਼ਨ ਬਣ ਰਹੇ ਨੇ। ਦੋਸਤੋ, ਅੱਜ ਦੀ ਇਸ ਬੈਠਕ ਦੇ ਵਿੱਚ ਸਾਡੇ ਕੋਲ ਦਰਸ਼ਕ ਪੂਰੀ ਦੁਨੀਆ ਤੋਂ ਨੇ। USA, ਕੈਨੇਡਾ, ਇੰਗਲੈਂਡ, ਮਲੇਸ਼ੀਆ, ਪਾਕਿਸਤਾਨ, ਆਸਟ੍ਰੇਲੀਆ ਤੇ ਹੋਰ ਬਹੁਤ ਸਾਰੇ ਮੁਲਕਾਂ ਤੋਂ, ਤੇ ਪੂਰੇ ਹਿੰਦੁਸਤਾਨ ਤੋਂ, ਤੇ ਮਾਝਾ ਹਾਊਸ ਦੇ ਆਪਣੇ ਸਾਰੇ ਮੈਂਬਰ ਤੇ ਪ੍ਰਭਾ ਖੇਤਾਨ ਫਾਊਂਡੇਸ਼ਨ ਦੇ ਪੂਰੇ ਮੈਂਬਰ। ਬਿਨਾਂ ਕਿਸੇ ਹੋਰ ਦੇਰੀ ਤੋਂ ਮੈਂ ਤੁਹਾਡੀ ਪਹਿਚਾਣ ਉਸ ਹਸਤੀ ਨਾਲ ਕਰਵਾ ਰਿਹਾ ਹਾਂ ਜਿਹੜਾ ਇੱਕ ਬਹੁਤ ਸੀਨੀਅਰ IAS ਆਫਿਸਰ ਹੋਣ ਦੇ ਬਾਵਜੂਦ ਇੱਕ ਖੂਬਸੂਰਤ ਫੱਕਰ, ਇੱਕ ਖੂਬਸੂਰਤ ਸੂਫੀ, ਮੇਰੀ ਮੁਰਾਦ ਸਰਦਾਰ ਬਖਤਾਵਰ ਸਿੰਘ ਜੀ IAS ਉਰਫ ਬਖਤਾਵਰ ਮੀਆਂ ਤੋਂ। ਬਖਤਾਵਰ ਜੀ, ਸਤਿ ਸ੍ਰੀ ਅਕਾਲ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਇਸ ਬੈਠਕ ਦੇ ਵਿੱਚ, ਇਸ ਗਲਵਕੜੀ ਦੇ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ੍ਰੀ ਅਕਾਲ ਆਪਣਾ ਚਮਕ ਜੀ। ਮੈਂ ਸਭ ਤੋਂ ਪਹਿਲਾਂ ਤੇ ਮਾਝਾ ਹਾਊਸ ਐਂਡ ਪ੍ਰਭਾ ਫਾਊਂਡੇਸ਼ਨ ਦਾ ਧੰਨਵਾਦ ਕਰਦਾ ਕਿ ਇਹੋ ਜਿਹੇ ਲਾਕਡਾਊਨ ਦੇ ਸਮੇਂ ਦੇ ਵਿੱਚ ਵੀ ਤੁਸੀਂ ਮੈਨੂੰ ਜਿਹੜਾ ਹੈ ਰੱਬ ਵਰਗੀਆਂ ਰੂਹਾਂ, ਰੱਬ ਵਰਗੇ ਲੋਕਾਂ ਦੇ ਨਾਲ ਇੱਕ ਲਾਕਡਾਊਨ ਦੇ ਵਿੱਚੋਂ ਕੱਢ ਕੇ ਉਹਨਾਂ ਦੇ ਦਰਸ਼ਨ ਕਰੋ। ਬਹੁਤ ਬਹੁਤ ਧੰਨਵਾਦ। ਬਖਤਾਵਰ ਜੀ, ਤੁਹਾਡੀ ਪਹਿਚਾਣ ਜੇ ਮੈਂ ਕਹਾਂ ਤਾਂ ਹਿੰਦੁਸਤਾਨ ਦੇ ਵਿੱਚ ਇੱਕ ਬਤੌਰ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਆਫਿਸਰ ਵਜੋਂ ਹੈ, ਪਰ ਜੇ ਮੈਂ ਆਪਣੇ ਵਾਯੂਮੰਡਲ 'ਚ ਦੇਖਾਂ ਤਾਂ ਤੁਹਾਡੀ ਪਹਿਚਾਣ ਇੱਕ ਬਹੁਤ ਅੱਛੇ ਸੂਫੀ ਦੀ ਪਹਿਚਾਣ ਦੇ ਵਜੋਂ ਹੈ। ਇੱਕ ਸਫ਼ਰ ਜੋ ਤੁਹਾਡਾ ਇੱਕ ਐਡਮਿਨਿਸਟ੍ਰੇਟਿਵ ਆਫਿਸਰ ਤੇ ਇੱਕ ਉਸ ਤੋਂ ਵੀ ਪਹਿਲਾਂ ਤੁਸੀਂ ਕਿਸੇ ਵੇਲੇ ਡਿਫੈਂਸ ਦੇ ਵਿੱਚ ਅਕਾਊਂਟਸ ਦੇ ਨਾਲ ਸੀ ਜੁੜੇ ਹੋਏ, ਫਿਰ ਪੰਜਾਬ ਪੁਲਿਸ ਦੇ ਵਿੱਚ ਬਤੌਰ DSP ਤੱਕ ਤੁਸੀਂ ਪ੍ਰਮੋਟ ਹੋ ਕੇ ਗਏ। ਲੇਕਿਨ ਇਹਨਾਂ ਸਾਰਾ ਕੁਝ ਹੋਣ ਦੇ ਬਾਵਜੂਦ ਇੱਕ ਸੂਫੀ ਦੀ ਮੰਜ਼ਿਲ ਤੱਕ ਦਾ ਜਿਹੜਾ ਸਫ਼ਰ ਹੈ, ਥੋੜੀ ਜਿਹੀ ਮੇਰੀ ਗੁਜ਼ਾਰਿਸ਼ ਹੈ ਕਿ ਸਾਡੇ ਸਾਰੇ ਦਰਸ਼ਕਾਂ ਨੂੰ ਇਸ ਬਾਰੇ ਜਾਣਕਾਰੀ ਦਿਓ। ਇਸ ਤਰ੍ਹਾਂ ਚਮਕ ਜੀ, ਜਿਹੜਾ ਸੂਫੀ ਤੱਕ ਦੀ ਮੰਜ਼ਿਲ, ਸੂਫੀ ਹੋਣਾ ਜਿਹੜਾ ਹੈ, ਇਹ ਇੱਕ ਤੁਹਾਡੀ ਜਿਹੜੀ ਹੈਗੀ ਆ ਮਾਨਸਿਕ ਅਵਸਥਾ ਹੈ। ਸੂਫੀ ਕਵੀ ਹੋਣਾ ਹੋਰ ਗੱਲ ਹੈ। ਜੇ ਮੈਂ ਕਹਿ ਲਵਾਂ ਕਿ ਸੂਫੀ ਕਵੀ ਜਿਹੜਾ ਹੈ ਕੋਈ ਵੀ ਹੋ ਸਕਦਾ ਹੈ, ਲੇਕਿਨ ਸੂਫੀ ਪਰਪੱਕ ਤੇ ਉਹੀ ਹੋਏਗਾ ਜਿਹੜਾ ਖੁਦ ਸੂਫੀ ਹੈ। ਸੋ ਇਹਨਾਂ ਐਡਮਿਨਿਸਟ੍ਰੇਟਿਵ ਜਿਹੜੇ ਜੌਬਸ ਦੇ ਵਿੱਚ ਰਹਿੰਦੇ ਹੋਇਆ ਮੈਂ ਤੁਹਾਨੂੰ ਇੱਕ ਇਨਸੀਡੈਂਟ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਜੀ। ਇਹ ਸਨ 2003 ਸੀਗੇ ਜੀ। ਸਨ 2000 ਵਿੱਚ ਮੇਰਾ ਮੇਲ ਰੱਬੀ ਰੂਹ ਮੇਰੇ ਮੁਰਸ਼ਦ ਕਮਾਲ ਦੇ ਨਾਲ ਹੋ ਗਿਆ। ਤੋ ਮੁਰਸ਼ਦ ਕਮਾਲ ਦੀ ਸੰਗਤ, ਉਹਨਾਂ ਕੋਲ ਮੈਂ ਜਾ ਕੇ ਹਫ਼ਤਾ 2-2 ਹਫ਼ਤੇ ਛੁੱਟੀ ਲੈ ਕੇ ਭੱਜ ਜਾਣਾ, 3-3 ਹਫ਼ਤੇ ਜਾ ਕੇ ਉਹਨਾਂ ਦੇ ਕੋਲ ਰਹਿਣਾ। ਜੰਗਤ ਤੋਂ ਉਹਨਾਂ ਦੀ ਸੰਗਤ, ਜਦੋਂ ਉਹਨਾਂ ਨੇ ਦੇਖਿਆ ਕਿ ਇਹ ਬੰਦਾ ਕੁਛ ਜਿਹੜਾ ਹੈਗਾ ਜੈਸੂ ਹੈ,
तो फिर उन्होंने जिहड़ा हैगा मैनू अपना लिया। सो ਇਹਦੀ ਜਿਹੜੀ ਚਿਣਗ ਹੈ ਕਵਿਤਾ ਦੀ, ਜਾਂ ਤੁਸੀਂ ਕਹਿੰਦੇ ਹੋ ਕਿ ਐਡਮਿਨਿਸਟ੍ਰੇਟਿਵ ਦਾ ਇੱਕ ਪਾਸੇ ਜਾਂਦਾ ਹੈ, ਤੇ ਇਹ ਕਵਿਤਾ ਸੂਫੀ ਕਵਿਤਾ ਜਿਹੜੀ ਹੈਗੀ ਹੈ ਇਹ ਬਹੁਤ ਹੀ ਦੂਰ ਦਾ ਇਹਦੇ ਨਾਲ ਰਿਸ਼ਤਾ ਨਹੀਂ ਹੈ। ਪਰ ਕਵਿਤਾ ਦਾ ਤੇ ਦੂਰ ਦਾ ਰਿਸ਼ਤਾ ਨਹੀਂ ਹੋ ਸਕਦਾ, ਲੇਕਿਨ ਸੂਫੀ ਕਵਿਤਾ ਜਿਹੜੀ ਹੈ ਨਾ, ਸੂਫੀ ਕਵਿਤਾ ਨੂੰ ਕੋਈ ਵੀ ਪ੍ਰਸਥਿਤੀ, ਐਡਮਿਨਿਸਟ੍ਰੇਟਿਵ ਹੋਵੇ, ਮਾਨਸਿਕ ਗੁੰਝਣਾ ਹੋਣ, ਤੁਹਾਡੀਆਂ ਜਿਹੜੀਆਂ ਹੈਗੀਆਂ ਤੁਹਾਨੂੰ ਕਿੰਨੀਆਂ ਵੀ ਤਕਲੀਫਾਂ ਜਿਹੜੀਆਂ ਹੈਗੀਆਂ ਆ ਉਹ ਸਮਾਜਿਕ ਤੌਰ ਤੇ ਆਉਂਦੀਆਂ ਹੋਣ, ਉਹਨੂੰ ਟੱਚ ਨਹੀਂ ਕਰ ਸਕਦੇ। ਇਹ ਇੱਕ ਨਿਰਲੇਪ ਪੱਖ ਹੈਗਾ ਸੂਫੀ ਹੋ ਜਾਣਾ। ਸੋ ਉਹਨਾਂ ਦੀ ਸੰਗਤ ਦੇ ਵਿੱਚ ਜਿਹੜੀਆਂ ਫਿਰ ਉਹਨਾਂ ਨੇ ਜੁਗਤਾਂ ਦੱਸੀਆਂ ਮੈਨੂੰ, ਉਹਨਾਂ ਜੁਗਤਾਂ ਰਾਹੀਂ ਜੋ ਅਹਿਸਾਸ, ਜੋ ਅਨੁਭਵ ਹੋਏ, ਉਹ ਅਨੁਭਵ ਜਿਹੜੇ ਹੈਗੇ ਆ, ਮੈਨੂੰ ਸੁਣ ਰਹੇ ਹੋ ਜੀ ਸਾਰੇ? ਬਿਲਕੁਲ, ਤੁਹਾਡੀ ਆਵਾਜ਼ ਆ ਰਹੀ ਹੈ। ਓਕੇ, ਉਹ ਅਨੁਭਵ ਜਿਹੜੇ ਸੀਗੇ ਚਮਕ ਸਾਹਿਬ, ਉਹਨਾਂ ਅਨੁਭਵ ਨੂੰ ਮੈਂ ਜਿਹੜਾ ਹੈ ਆਪਣੀ ਕਵਿਤਾ ਦੇ ਵਿੱਚ ਉਲੀਕਣਾ ਸ਼ੁਰੂ ਕੀਤਾ। ਪਰ ਮੁਰਸ਼ਿਦ ਜਿੰਨਾ ਚਿਰ ਤੱਕ ਤੁਹਾਨੂੰ ਜਿਹੜੀ ਹੈ ਉਹ ਹੁਕਮ ਨਹੀਂ ਕਰਦਾ, ਆਗਿਆ ਨਹੀਂ ਦਿੰਦਾ, ਉਹਨਾਂ ਚਿਰ ਤੱਕ ਤੁਸੀਂ ਜਿਹੜਾ ਹੈ ਉਹ ਪਰਪੱਕ ਹੋ ਸਕਦੇ। ਮੁਰਸ਼ਿਦ ਦੀ ਅਗਵਾਈ ਵਿੱਚ ਇਹ ਸਾਰਾ ਕੁਝ 2003 ਤੋਂ ਬਾਅਦ ਵਾਪਰਨਾ ਸ਼ੁਰੂ ਹੋਇਆ। ਤੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਜਿਹੜਾ ਇਹਦਾ ਨਾਲ ਸਫ਼ਰ ਹੈ ਐਡਮਿਨਿਸਟ੍ਰੇਟਿਵ ਜੌਬ ਦੇ ਨਾਲ, ਇਹ ਤੁਹਾਨੂੰ ਕੋਈ ਜਿਹੜਾ ਹੈਗਾ ਅੜਿੱਕੇ ਨਹੀਂ ਆਇਆ, ਆੜੇ ਨਹੀਂ ਆਇਆ। ਉਹਦੇ ਲਈ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਇੱਕ ਨਾ ਘਟਨਾ ਸੁਣਾਉਣਾ ਆ ਜੀ। ਇਸ ਕਵਿਤਾ ਦਾ ਤੇ ਦੂਸਰੀ ਕਵਿਤਾ ਦਾ ਫਰਕ ਕੀ ਹੈਗਾ। ਕਵਿਤਾ ਲਈ ਸਾਨੂੰ ਇਕਾਂਤ ਚਾਹੀਦਾ ਹੈ, ਦੂਸਰੀ ਕਵਿਤਾ ਲਈ ਸਾਨੂੰ ਨਦੀ ਦਾ ਕਿਨਾਰਾ ਚਾਹੀਦਾ ਹੈ, ਹਾਂਜੀ, ਸਮੁੰਦਰ ਦਾ ਕਿਨਾਰਾ ਚਾਹੀਦਾ ਹੈ। ਤੋ ਇਸ ਕਵਿਤਾ ਲਈ ਮੈਂ ਆਪਣੇ ਦਫ਼ਤਰ ਦੇ ਵਿੱਚ ਕੇਸ ਸੁਣ ਰਿਹਾ ਸੀ। ਕੇਸ ਸੁਣਦਿਆਂ ਦੋ ਵਕੀਲ ਬਹਿਸ ਰਹੇ ਸੀ ਧੂਆਂਧਾਰ, ਔਰ ਉਹ ਇੰਤਕਾਲ ਦਾ ਕੇਸ ਸੀਗਾ ਜੀ, ਜਿਹਦੇ ਵਿੱਚ ਉਹਨਾਂ ਨੇ ਬਹੁਤ ਤਰੱਦਦ ਦੇ ਨਾਲ ਬਹਿਸ ਕੀਤੀ ਤੇ ਮੈਂ ਲਿਖ ਰਿਹਾ ਸੀਗਾ, ਕਿਉਂਕਿ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੁੰਦਾ ਤੇ ਜਿਹੜੇ ਵਕੀਲ ਹੁੰਦੇ ਉਹਨਾਂ ਦਾ ਫਾਸਲਾ ਇੰਨਾ ਕੁ ਹੁੰਦਾ ਕਿ ਕੀ ਲਿਖ ਰਿਹਾ ਹੈ। ਬੇਸ਼ੱਕ ਮੈਂ ਕੁਝ ਲਿਖ ਰਿਹਾ ਸੀਗਾ, ਉਹ ਬਹਿਸ ਕਰੀ ਜਾ ਰਹੇ ਸੀ। तो बहस करके वो चले गए कि ठीक है, प्रेजाइडिंग अफसर ने सुनिया, बड़ा ध्यान नाल सुनिया सानू, हाँ जी। तो दे वर हैप्पी। तो साइड ते बैठे मेरिया दो स्टैनो सीगियां, तो वो जो चले गया वकील दोनों ही, तो दोनों हस पई। मैं कहा तुहानू काहदा हासा है? कहंदे सर वकीलां ने सोचिया कि तुसीं बहुत ध्यान नाल बहस सुन रहे हो उन्हां दी, ते तुसीं कविता लिख रहे सी। कहंदे क्या बात है। तो वो बहस भी मैं एक पासे सुनता जा रहा है, मेरे चेतन च जा रही है कि की कह रहा है, लेकिन कविता राणी आई, ओदा वेग इन्ना प्रबल सीगा, ओदा वेग इन्ना पुरजोर सीगा जी, और वो हड़ बन के आई ते मैनू रोक नहीं सकिया। मेरा अगला सवाल कुछ इसे दे नाल जुड़िया होया सी कि आम तौर ते ਜਿਹੜੇ ਦਾਰਸ਼ਨਿਕ ਲੋਕ, ਫਕਰ ਲੋਕ ਜਾਂ ਸੂਫੀ ਲੋਕ ਨੇ, ਇਹਨਾਂ ਨੂੰ ਇਲਹਾਮ ਹੁੰਦਾ ਹੈ। ਇਲਹਾਮ ਮਤਲਬ ਉੱਤੋਂ ਬਾਣੀ ਆਂਦੀ ਹੈ ਔਰ ਉੱਤੋਂ ਲਫ਼ਜ਼ ਆਂਦੇ ਨੇ, ਉੱਤੋਂ ਹਰਫ ਪਰਮਾਤਮਾ ਉਸ ਪਰਵਰਦਿਗਾਰ ਤੁਹਾਡੇ ਕੰਨਾਂ ਦੇ ਵਿੱਚ ਪਾਉਂਦਾ ਤੇ ਤੁਹਾਡੇ ਹੱਥਾਂ ਦਾ ਮਹਿਜ਼ ਇਸਤੇਮਾਲ ਕਰਕੇ ਤੁਹਾਡੇ ਕੋਲੋਂ ਕੋਈ ਇਹੋ ਜਿਹੀ ਤਹਿਰੀਰ ਕਰਵਾ ਦਿੰਦਾ। ਔਰ ਇਹੀ ਮੇਰਾ ਸਵਾਲ ਸੀ, ਔਰ ਇਹ ਸਵਾਲ ਦਾ ਤੁਸੀਂ ਮੋਟੇ ਤੌਰ ਤੇ ਪਹਿਲਾਂ ਹੀ ਮੈਨੂੰ ਜਵਾਬ ਦੇ ਦਿੱਤਾ। ਬਚਪਨ ਦੇ ਵਿੱਚ ਤੁਹਾਡਾ, ਜਦੋਂ ਤੁਸੀਂ ਛੋਟੇ ਸੀ, ਸਕੂਲ ਅੰਮ੍ਰਿਤਸਰ ਜਦੋਂ ਤੁਸੀਂ ਪੈਦਾ ਹੋਏ, ਬਚਪਨ ਦੇ ਵਿੱਚ ਤੁਹਾਡਾ ਰੁਝਾਨ ਕਿਸੇ ਕਵਿਤਾ ਦੇ ਪੱਖ ਵੱਲ ਜਾਂ ਕਿਸੇ ਸੂਫੀ ਮਜ਼ਾਰਾਂ ਵੱਲ ਜਾਂ ਕਿਸੇ ਸੂਫੀ ਦਾਰਸ਼ਨਿਕ ਵੱਲ, ਕਿਉਂਕਿ ਅਗਲੇ ਜਿਹੜੇ ਮੇਰੇ ਸਵਾਲ ਹੋਣਗੇ ਉਹ ਕਿਤੇ ਨਾ ਕਿਤੇ ਆਪਣੀ ਪਹਿਚਾਨ ਇਹਨਾਂ ਲਫ਼ਜ਼ਾਂ ਦੇ ਨਾਲ ਰੱਖਣਗੇ ਜਿਹੜੇ ਮੈਂ ਹੁਣ ਕਹਿਣ ਜਾ ਰਿਹਾ। ਤੁਹਾਡਾ ਬਚਪਨ ਦੇ ਵਿੱਚ ਕਿਤੇ ਰੁਝਾਨ ਰਿਹਾ ਇਹਨਾਂ ਦੇ ਵੱਲ? ਬਚਪਨ ਦੇ ਵਿੱਚ ਐਸਾ ਕੁਝ ਸੀਗਾ ਜੀ, ਜਦੋਂ ਹੋਸ਼ ਸੰਭਾਲੀ ਹੈ ਮੈਂ ਸਾਡੇ ਪਿੰਡ ਇੱਕ ਸੀ ਰਮਾਇਣ ਦਾ, ਤੇ ਉਹ ਪੰਜਾਬੀ ਚ ਹੀ ਸੀ ਰਮਾਇਣ ਜੀ, ਤੇ ਮੈਂ ਉਹ ਪਾਠ ਦਰਜ ਕਰਦਾ ਹੁੰਦਾ ਸੀਗਾ ਜੀ, ਜੋ ਵਾਲਮੀਕੀ ਰਮਾਇਣ ਸੀਗੀ ਉਹਦਾ ਪਾਠ ਕਰਦਾ ਹੁੰਦਾ ਸੀ ਜਾ ਕੇ। ਔਰ ਜਦੋਂ ਫਿਰ ਮੈਂ ਹੋਸ਼ ਸੰਭਾਲੀ ਤੇ ਕਾਲਜ ਟਾਈਮ ਮੇਰਾ ਆਇਆ ਜੀ, ਤੇ ਫਿਰ ਮੈਨੂੰ ਕਵਿਤਾ ਜਿਹੜੀ ਹੈਗੀ ਆ, ਜਿਹੜੀ ਜਿਹਨੂੰ ਪ੍ਰੋਗਰੈਸਿਵ ਕਵਿਤਾ ਕਹਿੰਦੇ ਨੇ, ਜਾਂ ਇਹ ਹੈਗੀ ਆ ਰੂਸੀ ਬੁੱਕਵਾਦ ਦੀ ਕਵਿਤਾ ਜਿਹੜੀ ਹੈਗੀ ਆ, ਉਹ ਕਵਿਤਾ ਚੰਗੀ ਲੱਗਦੀ ਸੀਗੀ।
ਆਮ ਦੱਬੇ ਕੁਚਲਦੇ ਦੀ ਗੱਲ ਕਰ, ਜੀ ਲੇਕਿਨ ਮੈਂ ਉਹਨਾਂ ਦੇ ਉੱਤੇ ਮੇਰਾ ਮਨ ਟਿਕਿਆ ਨਹੀਂ ਪੂਰਾ। ਜੀ ਤੇ ਜਿੱਥੋਂ ਤੱਕ ਮਜ਼ਾਰ ਦੀ ਗੱਲ ਹੈ ਜਾਂ ਇਸ ਤਰ੍ਹਾਂ ਦੀ ਗੱਲ ਹੈਗੀ ਆ, ਇਹ ਜਦੋਂ ਮੁਰਸ਼ਿਦ ਦੀ ਜਿਹੜੀ ਲਾਗ ਸੀ ਨਾ, ਉਦੋਂ ਜੀ ਫਿਰ ਮੁਰਸ਼ਿਦ ਦਾ ਇੱਕ ਫਰਮਾਨ ਸੀਗਾ ਕਿ ਜੀ ਜਿਹੜਾ ਗੁਰਮੁਖ ਹੁੰਦਾ ਹੈ ਨਾ, ਜਾਂ ਜਿਹੜਾ ਸੂਫੀ ਹੁੰਦਾ ਨਾ, ਇਹ ਫੁੱਲ ਇਹ ਭੌਰਾ ਹੁੰਦਾ ਹੈ। ਬੇਸ਼ੱਕ। ਔਰ ਇਹ ਭੌਰਾ ਕਿਤੇ ਵੀ ਜਾ ਕੇ ਜਿੱਥੋਂ ਮਰਜ਼ੀ ਸੁਗੰਧ ਦੀ ਜਿਹੜੀ ਹੈਗੀ ਆ ਸਕਦਾ ਹੈ, ਇਹਨੂੰ ਬਟੋਰ ਲੈਂਦਾ ਹੈ। ਇਹਨੂੰ ਕੋਈ ਰੋਕ ਟੋਕ ਨਹੀਂ ਹੈ ਇਹਨੂੰ। ਬੇਸ਼ੱਕ। ਕਿਉਂਕਿ ਮੈਂ ਦੇਖਿਆ ਤੁਹਾਡੀਆਂ ਲਿਖਤਾਂ ਦੇ ਵਿੱਚ, ਤੁਹਾਡੀਆਂ ਰਚਨਾਵਾਂ ਦੇ ਵਿੱਚ, ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਉਹ ਰੂਬਰੂ ਕਰਵਾਵਾਂ। ਪਿਆਰੇ ਦਰਸ਼ਕੋ, ਇਹ ਬਖਤਾਵਰ ਜੀ ਦੀ ਪਹਿਲੀ ਕਿਤਾਬ ਹੈ, ਪਾਰ ਚਨਾਹ ਤੋਂ ਉਸਦਾ ਡੇਰਾ। ਇਹ ਬਖਤਾਵਰ ਜੀ ਨੇ 2005 ਦੇ ਵਿੱਚ ਲਿਖੀ, ਔਰ ਇਹ ਦੂਸਰੀ ਕਿਤਾਬ ਹੈ, ਜੋਗੀ ਰਾਵੀ ਕਿਨਾਰੇ ਰਹਿੰਦਾ। ਸੋ ਦਰਸ਼ਕਾਂ ਨੂੰ ਮੈਂ ਇਹ ਜ਼ਰੂਰ ਤੁਹਾਡੀ ਗੱਲ ਦੱਸਣਾ ਚਾਹਾਂਗਾ ਕਿ ਤੁਹਾਡੇ ਰਚਨਾਵਾਂ ਦੇ ਵਿੱਚੋਂ ਸ਼ਾਹ ਮੁਹੰਮਦ, ਸੁਲਤਾਨ ਬਾਹੂ ਦੀ ਹੂਕ, ਮੈਂ ਬਹੁਤ ਤੇਜ਼ੀ ਨਾਲ ਉਹ ਹੂਕ ਨੂੰ ਸੁਣਿਆ ਹੀ ਨਹੀਂ, ਪੜ੍ਹਿਆ ਹੀ ਨਹੀਂ, ਮੈਂ ਮਹਿਸੂਸ ਵੀ ਕੀਤਾ ਤੁਹਾਡੀਆਂ ਰਚਨਾਵਾਂ ਦੇ ਵਿੱਚੋਂ। ਬਾਬਾ ਸ਼ੇਖ ਫਰੀਦ, ਜਦੋਂ ਤੁਸੀਂ ਕਾਲੇ ਮੈਂਡੇ ਕੱਪੜੇ ਦੇ ਨਾਲ ਆਪਣੇ ਆਪ ਨੂੰ ਜੋੜਦੇ ਹੋ, ਫਿਰ ਉਹਨਾਂ ਦੀ ਝਲਕ ਬਾਬਾ ਗੁਰੂ ਨਾਨਕ ਦੀ ਬਾਣੀ ਦੀ ਝਲਕ, ਔਰ ਉਸ ਤੋਂ ਵੀ ਇਲਾਵਾ ਬਾਬਾ ਸ਼ੇਖ ਫਰੀਦ ਤੋਂ ਇਲਾਵਾ ਬਾਬਾ ਗੁਲਾਮ ਫਰੀਦ, ਜਦੋਂ ਤੁਸੀਂ ਮੈਂਡੇ ਰਾਂਝਣ ਦੀ ਗੱਲ ਕਰਦੇ ਹੋ, ਮੈਂਡੀ ਜ਼ਾਤ ਦੀ ਗੱਲ ਕਰਦੇ ਹੋ, ਫਿਰ ਬਾਬਾ ਬੁੱਲੇ ਸ਼ਾਹ ਦੀ ਉਹ ਰਮਜ਼ ਕਿ ਆਪਣੇ ਆਪ ਨੂੰ ਫਨਾ ਕਰਕੇ ਉਸ ਤੋਂ ਵੀ ਅੱਗੇ ਉਹਦੇ ਵਿੱਚ ਇੱਕਮਿਕ ਹੋ ਜਾਣ ਵਾਲੀ ਗੱਲ। ਲੇਕਿਨ ਇਹਨਾਂ ਸਾਰਿਆਂ ਦੇ ਨਾਲ ਇੱਕ ਹੋਰ ਝਲਕ ਜਿਹੜੀ ਨਜ਼ਰ ਆਉਂਦੀ ਹੈ ਮੈਨੂੰ, ਉਹ ਸ਼ਿਵ ਬਟਾਲਵੀ ਦੀ। ਸ਼ਿਵ ਬਟਾਲਵੀ ਦੀ ਝਲਕ ਜਿਹੜੀ ਇਸ਼ਕੇ ਮਜਾਜੀ ਦੀ ਝਲਕ ਵੀ ਤੁਹਾਡੀਆਂ ਰਚਨਾਵਾਂ 'ਚ ਹੈ। ਮੇਰਾ ਇਸ ਕਰਕੇ ਸਵਾਲ ਸੀ ਕਿ ਬਚਪਨ ਦੇ ਵਿੱਚ ਤੁਹਾਡਾ ਇਹ ਰੁਝਾਨ ਕਿਤੇ ਰਿਹਾ ਹੋਵੇ, ਕਿਉਂਕਿ ਅਗਲਾ ਸਵਾਲ ਫਿਰ ਇਹਦੇ ਨਾਲ ਜੁੜਿਆ ਹੋਇਆ। ਤੁਸੀਂ ਪਲੀਜ਼ ਬਨਾਮ ਦੀ ਇਹ ਚਮਕ ਜੀ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਮਹਾਂਪੁਰਸ਼ਾਂ ਦੇ ਤੁਸੀਂ ਨਾਂ ਲਏ ਨੇ, ਸ਼ਿਵ ਕੁਮਾਰ ਬਟਾਲਵੀ, ਹਾਂਜੀ, ਬਾਬਾ ਬੁੱਲੇ ਸ਼ਾਹ, ਗੁਲਾਮ ਚਾਚੜਾ, ਔਰ ਜਿਹੜੇ ਕਾ ਹੁਸੈਨ, ਹਾਂਜੀ, ਇਹ ਜਿਸ ਮਿੱਟੀ ਦੇ ਵਿੱਚੋਂ ਇਹ ਲੋਕ, ਜਿਸ ਮਿੱਟੀ ਦੇ ਵਿੱਚ ਇਹ ਹੋਏ ਨੇ, ਜਿਸ ਖਿੱਤੇ ਦੇ ਵਿੱਚ ਇਹ ਲੋਕ ਹੋਏ ਨੇ, तो इंसिडेंटली मेरा जंपल भी उस मिट्टी च ही है। रावियों इधर इधर और सॉरी ब्यास तो इधर इधर, ये सारे महापुरुष जिहड़े ने, ये जिहड़े जिन्हां दा तुसीं नाम लै रहे हो, ये एक खिता है, इस मिट्टी की जिहड़ी हैगी उपज दी। और मैं भी इस मिट्टी की उपज दा ही जिहड़ा ये अलामत है कि मेरी जिहड़ी पिछोकड़ है, मैं परंपरा दे विचों ਉਹਨਾਂ ਦੀ ਪਰੰਪਰਾ ਨੂੰ ਹੀ ਪਕੜਿਆ, ਉਸ ਪਰੰਪਰਾ ਨੂੰ ਅੱਗੇ ਤੋਰਨ ਦੀ ਮੇਰੀ ਜਿਹੜੀ ਹੈਗੀ ਆ ਯਤਨ ਰਿਹਾ, ਕਿਉਂਕਿ ਮੈਨੂੰ ਉਹ ਪਰੰਪਰਾ ਜਿਹੜੀ ਹੈਗੀ ਆ ਬਹੁਤ ਮੇਰੇ ਜ਼ਿਹਨ ਦੇ ਵਿੱਚ ਜਿਹੜੀ ਹੈਗੀ ਆ ਫਸੀ ਪਈ ਹੈ। ਮੇਰਾ ਤੇ ਕਦੀ ਕਦੀ ਮਤਲਬ ਜੀ ਕਰਦਾ, ਕਦੀ ਬਾਬਾ ਬੁੱਲੇ ਸ਼ਾਹ ਦੀ ਬਾਜ਼ਾਰ ਤੇ ਜਾਵਾਂ, ਕਦੀ ਮੈਂ ਹੁਸੈਨ ਦੇ ਜਾਵਾਂ, ਕਦੀ ਗੁਲਾਮ ਫਰੀਦ ਚਾਚੜਾ ਦੇ ਜਾਵਾਂ, ਹਾਂਜੀ, ਕਦੀ ਇਹਨਾਂ ਨਾਲ ਜੱਫੀਆਂ ਪਾਵਾਂ, ਮਤਲਬ ਜਿੱਦਾਂ ਮੇਰੇ ਆਪਣੇ ਹੁੰਦੇ ਨੇ ਜੀ। ਅੱਛਾ, ਮੈਂ ਵਾਪਸ ਮੁੜ ਪਹਿਲੇ ਸਵਾਲ ਦੇ ਨੇੜੇ ਪਹੁੰਚਣਾ। ਜਦੋਂ ਤੁਸੀਂ ਇੱਕ ਸੀਨੀਅਰ IAS ਆਫਿਸਰ ਹੋ ਤੇ ਇੱਕ ਸੂਫੀ ਹੋ, ਦੋਵੇਂ ਇੱਕੋ ਹੀ ਜਿਸਮ ਦੇ ਵਿੱਚ ਇੱਕ ਰੂਹ ਦੇ ਨਾਲ ਦੋ ਵੱਖ-ਵੱਖ ਪਾਤਰ ਤੁਹਾਡੇ ਜੁੜੇ ਹੋਏ ਨੇ। ਜੋ ਮੈਂ ਆਪਣੇ ਇਸ ਜੀਵਨ ਬਿਰਤਾਂਤ 'ਚ ਦੇਖਿਆ ਹੈ ਕਿ ਇੱਕ IAS ਆਫਿਸਰ ਨੂੰ ਤੇ ਬੜੇ ਕਈ ਵਾਰੀ ਟੇਢੇ ਮੇਢੇ ਫੈਸਲੇ ਲੈਣੇ ਪੈਂਦੇ ਨੇ, ਕਈ ਵਾਰੀ ਤੁਹਾਡੀਆਂ ਸਿਚੁਏਸ਼ਨਸ ਇਹੋ ਜਿਹੀਆਂ ਹੁੰਦੀਆਂ ਨੇ, ਕਈ ਵਾਰੀ ਤੁਹਾਡੇ ਉੱਤੇ ਪੋਲੀਟੀਕਲ ਪ੍ਰੈਸ਼ਰਸ ਇਹੋ ਜਿਹੇ ਹੁੰਦੇ ਨੇ ਕਿ ਤੁਸੀਂ ਨਾ ਚਾਹੁੰਦੇ ਹੋਏ ਵੀ ਕੋਈ ਤੁਹਾਨੂੰ ਇਹੋ ਜਿਹੇ ਫੈਸਲੇ, ਮੈਂ ਇਹ ਬਹੁਤ ਹੀ ਡਿਟੇਲ 'ਚ ਨਾ ਗੱਲ ਕਰਦਾ, ਇਸ਼ਾਰਾ ਦੇ ਰਿਹਾ ਕਿ ਬਹੁਤ ਸਾਰੇ ਇਹੋ ਜਿਹੇ ਫੈਸਲੇ ਹੁੰਦੇ ਨੇ ਜਿਹੜੇ ਇੱਕ IAS ਅਫਸਰ ਦਿਲੋਂ ਨਾ ਚਾਹੁੰਦਾ ਹੋਇਆ ਵੀ ਲੇਕਿਨ ਕਰਦਾ ਹੈ। ਲੇਕਿਨ ਜਦੋਂ ਉਹ ਫਕਰ ਇੱਕ ਸੂਫੀ ਦੀ ਗੱਲ ਕਰਦਾ ਤੇ ਸੂਫੀ ਤੇ ਫਿਰ ਪੂਰੀ ਖੁਦਾ ਦੀ, ਖਲਕਤ ਦੀ, ਮਖਲੂਕ ਦੀ, ਉਹਦੀ ਇੱਕ ਜ਼ਾਤ ਦੀ ਔਰ ਸਭ ਦੇ ਭਲੇ ਦੀ ਗੱਲ ਕਰਦਾ ਹੈ। ਇਸ ਦੌਰਾਨ ਤੁਹਾਡੇ ਅੰਦਰ ਕਦੀ ਕੋਈ ਇਹੋ ਜਿਹੀ ਖਲਬਲੀ, ਕੋਈ ਇਹੋ ਜਿਹਾ ਪੇਚਾ, ਕੋਈ ਇਹੋ ਜਿਹਾ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਦੁਬਿਧਾ 'ਚ ਫਸ ਗਿਆ ਕਿ ਮੈਂ ਆਪਣੇ ਉਹ ਸੂਫੀ ਪੱਖ ਨੂੰ ਬਿਲਕੁਲ ਸਾਫ਼ ਰੱਖਾਂ, ਜਾਂ ਇੱਕ ਬਤੌਰ ਐਡਮਿਨਿਸਟ੍ਰੇਟਿਵ ਆਫਿਸਰ ਆਪਣੀਆਂ ਹਕੂਮਤਾਂ ਜਾਂ ਆਪਣੇ ਉੱਤੇ ਪੋਲੀਟੀਕਲ ਹੈਡਸ ਨੂੰ ਥੋੜਾ ਜਿਹਾ ਇਹਦੇ ਬਾਰੇ ਚਾਨਣਾ? ਇਹ ਬਹੁਤ ਹੀ ਤੁਸੀਂ ਜਿਹੜਾ ਗਹਿਰਾ ਤੇ ਬਹੁਤ ਹੀ ਟੇਢਾ ਸਵਾਲ ਹੈ, ਔਰ ਇਸ ਮੰਚ ਦੇ ਉੱਤੇ ਆ ਕੇ, ਇਸ ਲੈਵਲ ਦੇ ਮੰਚ ਦੇ ਉੱਤੇ ਆ ਕੇ ਕਿਸੇ ਗੱਲ ਨੂੰ ਗੋਲ ਮੋਲ ਕਰਨਾ ਵੀ ਜਿਹੜਾ ਹੈਗਾ ਉਹ ਸੌਖਾ ਕੰਮ ਨਹੀਂ ਹੈ। ਤੁਸੀਂ ਸਮਝ ਸਕਦੇ ਹੋ, ਐਡੇ ਵੱਡੇ ਵਿਦਵਾਨ ਬੈਠੇ ਨੇ ਆਲੇ ਦੁਆਲੇ,
2003 ਇੱਕ ਮੀਲ ਪੱਥਰ ਆ। 2003 ਤੋਂ ਪਹਿਲਾਂ ਬਹੁਤ ਔਕੜਾਂ ਆਈਆਂ ਮੈਨੂੰ, ਇੰਨੀਆਂ ਕੁ ਔਕੜਾਂ ਆਉਂਦੀਆਂ ਸੀ ਕਿ ਮਨ ਦੇ ਵਿੱਚ ਹੁੰਦਾ ਸੀ ਵੀ ਇਹ ਕੰਮ ਨਹੀਂ ਕਰਨਾ, ਤੋ ਆਈ ਹੈਵ ਟੂ ਡੂ ਤਕਲੀਫ ਚ ਰਹਿੰਦਾ ਸੀ, ਰਾਤ ਦਿਨ ਮਨ ਜਿਹੜਾ ਸੀਗਾ ਉਹ ਦਿੱਕਤ ਚ ਰਹਿੰਦਾ ਸੀਗਾ। ਪਰ ਜਦੋਂ ਕਹਿੰਦੇ ਨਾ, ਭਗਤ ਕਬੀਰ ਜੀ ਦਾ ਇੱਕ ਬੜਾ ਅੱਛਾ ਹੈ, ਦਾਗੇ ਹੋਏ ਰਣ ਮੇਂ ਜੂਝੇ। ਜਦੋਂ ਫਿਰ ਬੰਦਾ ਦਾਗਿਆ ਜਾਂਦਾ ਨਾ ਜੀ, ਤਾਂ ਜਦੋਂ 2003 ਦੇ ਵਿੱਚ ਚਮਕ ਜੀ ਮੈਨੂੰ ਦਾਗ ਦਿੱਤਾ ਕਿਸੇ ਨੇ, ਜਦੋਂ ਮੈਂ ਦਾਗਿਆ ਗਿਆ ਤੇ ਮੇਰੇ ਜਿਹੜੀਆਂ ਜਿੱਦਾਂ ਲੋਹੇ ਨਾਲੋਂ ਜੰਗਾਲ ਲੱਥ ਕੇ ਸਾਰਾ ਡਿੱਗ ਪੈਂਦਾ ਨਾ ਜੀ, ਤੋ ਜੰਗਾਲ ਜਿਹੜਾ ਸੀਗਾ ਉਹ ਲੱਥਣਾ ਸ਼ੁਰੂ ਹੋ ਗਿਆ, ਲੱਥਣਾ। ਉਸ ਤੋਂ ਬਾਅਦ ਸਿਚੁਏਸ਼ਨਸ ਆਈਆਂ ਜੀ, 2005 ਦੇ ਵਿੱਚ ਵੀ ਇੱਕ ਵਾਰ ਸਿਚੁਏਸ਼ਨ ਆਈ, ਔਰ ਬੜੀ ਖਤਰਨਾਕ ਸਿਚੁਏਸ਼ਨ ਆਈ, ਜਿਹਦੇ ਕਰਕੇ ਮੈਨੂੰ ਜੇਲ੍ਹ ਵੀ ਜਾਣਾ ਪੈ ਗਿਆ। ਲੇਕਿਨ ਉਹ ਦਾਗਿਆ ਹੋਇਆ ਸੀਗਾ, ਰਣ ਮੇਂ ਜੂਝ ਗਿਆ, ਪਰ ਡਾਡਿਆਂ ਦਾ 70ਵੀਂ 100 ਜਿਹੜਾ ਟਰੂਥ ਆ, ਟਰੂਥ ਨੇ ਆਪਣਾ ਰਸਤਾ ਆਪਣਾ ਬਣਾ ਲੈਣਾ, ਆਪਣਾ ਅਖਤਿਆਰ ਕਰ ਲੈਣਾ। ਮੈਂ ਗਿਆ ਵੀ ਔਰ ਆ ਵੀ ਗਿਆ, ਬਾਜ ਇਤਬਾਰ ਵੀ ਆ ਗਿਆ, ਲੇਕਿਨ ਉਹ ਮੇਰੇ को परमात्मा ने हथ दे के नहीं करवाया, क्योंकि मैं नहीं सी करना चाहता, मैं नहीं करना। एक दो सिचुएशंस हो रही हैं, लेकिन सिचुएशन ये नहीं कि सिचुएशन तुहानू आउंदियां नहीं है, सिचुएशन आउंदियां ने, उन्हां नू तुसी विटनेस बन के उन्हां सिचुएशंस नू साक्षी हो के देख के उन्हां नू तुसी उन्हां नू देखदे हो भी हो रही है, भी सब हो रहा है और मैं इनू देख रहा है, पर मैं इनू नहीं करांगा, तो निकल जाती है। दिस टू विल पास, दिस टू विल पास। वेरी राइट। कोरोना तो पहलों भी हैगा सी समा, कोरोना आया, दिस टू विल पास। वेरी इंटरेस्टिंग और बड़ी डूंगी गल तुसी एक स्टेटमेंट दे विच दित्ती, दिस टू विल पास, एंड दिस ऑल वी आर ऑल आर प्रेइंग कि जेड़ा फेज कोरोना दा आया है ये छेती निकल जाए, और इंशाअल्लाह ताला रब सोने दी मेहर दा सदका ये निकल जाएगा। कोई भी चीज स्थिर नहीं है, कोई भी चीज स्थायी नहीं है जी। मेरा अगला सवाल तुहाडे नाल कि जिस किताब दे विचों, जिस रचना दे विचों गल सिर्फ रब दी हो रही है, इश्के हकीकी दी हो रही है, और हुण तक मैं जिन्ने नाम लए, चाहे शाह मुहम्मद, सुल्तान बाहू, बाबा बुल्ले शाह, जिन्ने भी नाम लए, सूफिया दे नाम लए, जिन्ने भी साडे इस पैगंबर होए, औली होए, वली होए, औलिया होए, किते ना किते इश्के हकीकी तक पहुंचन वास्ते इश्के मजाजी दी पौड़ी उन्हां नूं लाजमी सी। ये बहुत ही जिहड़ा हैगा लाजम सवाल हैगा, और ये जिहड़ा भी कोई अध्यात्मक रचना जिहड़ी हैगी रचदा है, जां वो कहंदा है कि मैं अध्यात्मक कविता जां कुछ लेख लिखदा हां, तो उन्होंने पुछना जरूर बनता है, क्योंकि इश्क हकीकी अंतम है, इश्क हकीकी, इश्क मजाजी जो है वो उदा साधन है। वाह। तुहानू तो पहलों जिहड़ा इश्क मजाजी है वो तुहाडे मुर्शद दे नाल हुंदा, तुहानू उहदियां गल्लां चंगियां लगदियां, तुहानू उहदा तुरना लगदा, तुहानू उहदा टहलना चंगा लगदा है, तुहानू उहदे कोल बैठना चंगा लगदा है, वो चले जावे तुहानू खुश-खुशिया जिहा महसूस हुंदा है, और तुसी उहदे नाल प्रेम च हो जंदे हो। सो जिहड़े ते कामल मुर्शद हुंदे ने, तो उन्हां नू पता लग जांदा कि ये मेरे प्रेम च है, ते मैं इनू अपने तक सीमित नहीं रखना, मैं इनू अगे तोरना है, मुर्शिद तो अगे भी कुछ है, गुरु तो अगे भी कुछ है, उधर तोरना है। जिहड़े ईमानदार मुर्शिद ने वो की करते ने, फिर उन्होंने बुलाते ने कि बच्चा आ फड़, ए जुगत है,
ਇਸ ਜੁਗਤ ਨੂੰ ਤੂੰ ਜਿਹੜਾ ਹੈਗਾ ਉਹਦੀ ਸਾਧਨਾ ਕਰੋ। ਫਿਰ ਉਹ ਸਾਧਨਾ ਕਰਾਉਂਦੇ ਨੇ। ਸਾਧਨਾ ਤੋਂ ਬਾਅਦ ਕੁਝ ਅਨੁਭਵ ਹੁੰਦੇ ਨੇ ਬੰਦੇ ਨੂੰ, ਸਰੀਰਕ ਅਨੁਭਵ ਹੁੰਦੇ ਨੇ, ਮਾਨਸਿਕ ਅਨੁਭਵ ਹੁੰਦੇ ਨੇ, ਕੋਈ ਫਲੈਸ਼ਸ ਆਉਂਦੇ ਨੇ, ਤੋ ਮੈਡੀਟੇਸ਼ਨ ਟਾਈਪ ਧਿਆਨ ਕਰਾਉਂਦੇ ਨੇ। ਤੋ ਉਹ ਜਦੋਂ ਧਿਆਨ ਦੇ ਅਨੁਭਵ ਜਿਹੜੇ ਨੇ ਉਹ ਤੁਸੀਂ ਮੁਰਸ਼ਿਦ ਨਾਲ ਸਾਂਝੇ ਕਰਦੇ ਹੋ, ਕਿਉਂਕਿ ਮਨ ਜਿਹੜਾ ਹੈ ਨਾ ਜੀ, ਮਨ ਦੀ ਮੈਂ ਤੁਹਾਨੂੰ ਬੜੀ ਇੱਕ ਚਲਾਕੀ ਦੱਸਾਂ, ਇਹ ਮਨ ਸਾਡਾ ਚਲਾਕ ਬਹੁਤ ਹੈ। ਇਹ ਖੜੇ ਖੜੋਤਾ ਰੱਬ ਖੜਾ ਕਰ ਦਿੰਦਾ ਤੁਹਾਡੇ ਸਾਹਮਣੇ, ਮਿੰਟ ਲਾਉਂਦਾ ਰੱਬ ਨੂੰ ਬਣਾਉਣ ਲੱਗਿਆ, ਔਰ ਝੂਠਾ ਰੱਬ। ਪਰ ਤੁਹਾਨੂੰ ਜਿਹੜਾ ਅਨੁਭਵ ਹੋਇਆ ਸੱਚਾ ਹੋਇਆ ਕਿ ਝੂਠਾ ਹੋਇਆ, ਕਿ ਤੁਹਾਡਾ ਮਨ ਦੀ ਵਹਿਮ ਹੈ, ਉਹ ਦੱਸੇਗਾ ਮੁਰਸ਼ਿਦ। ਇਸ਼ਕ ਅੱਲਾ ਦਾ ਤਾਣਾ ਬਾਣਾ, ਪਹਿਲਾਂ ਕਿਹੜਾ ਭੇਦ ਨਾ ਜਾਣਾ, ਦੱਸ ਨਹੀਂ ਸਕਦਾ ਕੋਈ ਸਿਆਣਾ, ਇਹ ਮੁਰਸ਼ਿਦ ਗੱਲ ਸਮਝਾਏ, ਸਈਓ ਨਹੀਂ ਸਾਡੇ ਵਿਹੜੇ ਇਸ਼ਕ ਜੀ ਆਏ। ਗੱਲ ਮੁੱਕ ਗਈ ਤੁਹਾਡੀ? ਕੀ ਗੱਲ ਮੁੱਕ ਗਈ ਤੁਹਾਡੀ? ਨਹੀਂ, ਗੱਲ ਮੁੱਕਦੀ ਨਹੀਂ। ਮੈਂ ਦਰਸ਼ਕਾਂ ਨੂੰ ਅਗਲੀ ਗੱਲ ਬਖਤਾਵਰ ਜੀ ਨਾਲ ਕਰਨ ਤੋਂ ਪਹਿਲਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਇੱਕ ਗੱਲ ਦੱਸਣੀ ਚਾਹਾਂਗਾ ਕਿ ਬਖਤਾਵਰ ਜੀ ਦੀਆਂ ਰਚਨਾਵਾਂ ਨੂੰ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਸੂਫੀ ਗਾਇਕਾਂ ਨੇ ਬਹੁਤ ਬਖੂਬੀ ਗਾਇਆ ਹੈ, ਔਰ ਬਖਤਾਵਰ ਜੀ ਦੀਆਂ ਜਿਹੜੀਆਂ ਹੁਣ ਤੱਕ ਸੀਰੀਜ਼ ਜਾਂ ਐਲਬਮਸ ਬਣ ਕੇ ਨਿਕਲੀਆਂ ਨੇ, ਮੈਂ ਉਹਨਾਂ ਬਾਰੇ ਵੀ ਜ਼ਿਕਰ ਕਰਾਂਗਾ। ਪਰ ਸਾਰੇ ਦਰਸ਼ਕਾਂ ਨੂੰ ਇਹ ਦੱਸਾਂਗਾ ਕਿ ਕੁਝ ਪਲਾਂ ਬਾਅਦ ਸਾਡੇ ਕੋਲ ਇੱਕ ਬਹੁਤ ਹੀ ਖੂਬਸੂਰਤ ਸੂਫੀ ਗਾਇਕ ਜਿਹਨੇ ਪੰਜਾਬੀ ਫਿਲਮ ਇੰਡਸਟਰੀ ਔਰ ਸੂਫੀਜ਼ਮ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਛੋਟੀ ਉਮਰ 'ਚ ਇੱਕ ਬਹੁਤ ਵੱਡਾ ਮਾਰਕਾ ਮਾਰਿਆ ਹੈ, ਯਾਕੂਬ ਗਿੱਲ। ਉਹ ਸਾਡੇ ਨਾਲ ਥੋੜੀ ਦੇਰ 'ਚ ਜੁੜਨਗੇ, ਲੇਕਿਨ ਹਾਲੇ ਮੇਰੀ ਉਸ ਗੱਲ ਦਾ ਸਫ਼ਰ ਜਾਰੀ ਰਹੇਗਾ। ਜਦੋਂ ਮੈਂ ਗੱਲ ਇਸ਼ਕ ਮਜਾਜੀ ਦੀ ਕਰ ਰਿਹਾ ਤੇ ਇਸ਼ਕ ਮਜਾਜੀ ਵਿੱਚ ਮੇਰਾ ਸਵਾਲ ਸੀ ਕਿ ਇੱਕ ਬਤੌਰ ਮਰਦ ਹੋਣ ਦੇ ਨਾਤੇ ਤੁਹਾਡੇ ਵੱਲੋਂ ਇਸ ਸਮਾਜ ਦੇ ਵਿੱਚ ਇਸ਼ਕ ਔਰਤ ਨਾਲ ਹੋਣਾ ਜ਼ਰੂਰੀ ਹੈ। इश्क महबूब औरत हो सकती है, महबूब कौन हो सकता है, मुर्शिद कौन हो सकता है। सो मेरा इश्क मजाजी दा, क्योंकि आम तौर पे इस लासानी दुनिया दे विच इश्क नूं एक ऑपोजिट सैक्स दे नाल जोड़िया गया है, एक औरत एक मर्द दा, एक मर्द ते एक औरत दा। सो मेरा ये सवाल सी इश्क हकीकी ते अपने आप नूं फना करन वाली सिचुएशन दे विच है कि जदों मैं तुहानूं नखेड़ा करदा हां कि औरत दे नाल इश्क नूं जोड़न जिहड़ा जोड़िया जांदा, इश्क हकीकी नहीं, मजाजी इश्क है, नो डाउट एट ऑल। पर ਉਹ ਜਿਹੜਾ ਇੱਕ ਸੈਕਸ ਦੇ ਨਾਲ ਜੋੜਦੇ ਹੋ ਤੁਸੀਂ, ਜਦੋਂ ਉਸ ਇਸ਼ਕ ਨੂੰ, ਉਸ ਇਸ਼ਕ ਦਾ ਜਿਹੜਾ ਰਸਤਾ ਆ, ਉਹਦੀ ਮੰਜ਼ਿਲ ਜਿਹੜੀ ਹੈਗੀ ਆ, ਉਹ ਹੋਰ ਪਾਸੇ ਤੁਰ ਜਾਂਦੀ ਹੈ। ਉਹ ਹਕੀਕਤ ਵੱਲ ਨੂੰ ਜਾਂਦਾ ਨਹੀਂ ਹੈ, ਕਿਉਂਕਿ ਉਹਦੇ ਵਿੱਚ ਹਮੇਸ਼ਾ ਜਿਹੜੀ ਹੈਗੀ ਆ ਉਹ ਵਾਸ਼ਨਾ ਰਹੇਗੀ, ਕਿਤੇ ਨਾ ਕਿਤੇ 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 ਰਹੇਗੀ। ਨੰਬਰ 2 ਰਹੇਗੀ ਮੁਰਸ਼ਿਦ ਵਾਲੇ ਵੱਲ ਵੀ। ਜਦੋਂ ਤੁਸੀਂ ਮੁਰਸ਼ਿਦ ਤੁਹਾਡਾ ਜਿਹੜਾ ਹੈਗਾ ਉਹ ਮਰਦ ਹੈ, ਤੇ ਟੀਵੀ ਵੀ ਤੇ ਮੁਰੀਦ ਹੋ ਸਕਦੀ ਹੈ, ਉੱਥੇ ਵੀ ਤੇ ਚਾਂਸਸ ਹੈਗੇ ਨੇ ਇਸ ਗੱਲ ਦੇ। ਪਰ ਜਿਹੜੇ इश्क मजाजी जिहड़ा है, इश्क मजाजी दा मतलब abstract हैगा है सैक्स तो पार। तुहाडे शरीर दियां जिहड़ियां इंद्रियां है, उन्हां नाल मेरा कोई लेना देना नहीं है। मुरीद दा उन्हां नाल तुहाडे जिहड़े तुहाडा विहार जो है, ਤੁਹਾਡਾ ਜਿਹੜੀ ਸੋਚ ਜੋ ਹੈ, ਤੁਹਾਡੀ ਜਿਹੜੀ ਉਚਾਈ ਜੋ ਹੈ, ਤੁਹਾਡਾ ਅਧਿਆਤਮਕ ਪੱਧਰ ਜੋ ਹੈ, ਮੇਰਾ ਉਹਦੇ ਨਾਲ ਲੈਣਾ ਦੇਣਾ ਹੈ। ਮੇਰਾ ਤੁਹਾਡੀਆਂ ਜਿਹੜੀਆਂ ਜਦੋਂ ਔਰਤ ਦੇ ਇਸ਼ਕ ਦੀ ਗੱਲ ਕਰਦੇ ਆ, ਉਹ ਕਿਤੇ ਨਾ ਕਿਤੇ ਸਹਿਜੇ ਹੀ ਇੰਦਰੀ ਜਿਹੜਾ ਹੈਗਾ ਤੁਹਾਡੇ ਸਰੀਰ ਦੇ ਪੱਖ ਦੇ ਨਾਲ ਜ਼ਰੂਰ ਜੁੜ ਜਾਂਦਾ ਹੈ। ਔਰ ਜੀ ਪਰ ਜਦੋਂ ਅਸੀਂ ਇਸ਼ਕ ਮਜਾਜੀ ਦੀ ਗੱਲ, ਉਹਦਾ ਪੜਾਅ ਜਿਹੜਾ ਹੈਗਾ ਇਸ਼ਕ ਹਕੀਕੀ ਵੱਲ ਨੂੰ ਲੈ ਕੇ ਜਾਣਾ ਹੈ, ਉਦੋਂ ਸਾਡਾ ਜਿਹੜਾ ਹੈਗਾ ਉਹ ਸਾਨੂੰ ਇੰਦਰੀਆਂ ਤੋਂ ਰਹਿਤ ਹੋਣਾ ਪਏਗਾ। ਜੀ ਮੇਰਾ ਸਵਾਲ ਇਸ ਕਰਕੇ, ਚਾਹੇ ਮੁਰਸ਼ਿਦ ਤੁਹਾਡਾ ਮਰਦ ਹੋਵੇ, ਚਾਹੇ ਮੁਰਸ਼ਿਦ ਤੁਹਾਡੀ ਔਰਤ ਹੋਵੇ। ਮੇਰਾ ਸਵਾਲ ਇਸ ਕਰਕੇ ਸੀ ਕਿ ਅੱਜ ਦੀ ਦੁਨੀਆ ਦੇ ਵਿੱਚ ਇਸ ਇਸ਼ਕ ਨੂੰ
ਇਸ਼ਕ ਮਜਾਜੀ ਵੀ ਨਹੀਂ ਸਮਝਿਆ ਜਾਂਦਾ, ਇਸ ਇਸ਼ਕ ਨੂੰ ਲਸਤ ਦਾ ਇੱਕ ਨਾਮ ਦਿੱਤਾ ਜਾਂਦਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉਹ ਇੰਦਰੀਆਂ ਦਾ ਜਾਂ ਸੈਕਸ ਪ੍ਰਤੀ ਅਟਰੈਕਸ਼ਨ ਵਾਲੀ ਸਿਚੁਏਸ਼ਨ 'ਚ ਲੈ ਜਾਂਦਾ ਹੈ। ਪਰ ਦੂਸਰੇ ਪਾਸੇ ਮੇਰਾ ਆਪਣੇ ਆਪ ਨਾਲ ਵੀ ਜਾਂ ਤੁਹਾਡੇ ਨਾਲ ਵੀ ਇਹ ਸਵਾਲ ਹੈ ਕਿ ਜਿਹੜੀ ਸੈਕਰੀਫਾਈਸ ਦੀ ਫੀਲਿੰਗ ਜਾਂ ਜਿਹੜੀ ਸਰੈਂਡਰ ਦੀ ਫੀਲਿੰਗ ਜਾਂ ਕਿਸੇ ਦੀ ਕੇਅਰ ਦੀ ਫੀਲਿੰਗ ਜਾਂ ਆਪਣੇ ਆਪ ਨੂੰ ਕਿਸੇ ਪ੍ਰਤੀ ਨਿਛਾਵਰ ਕਰਨ ਦੀ ਫੀਲਿੰਗ, ਉਹ ਇੱਕ ਆਪੋਜ਼ਿਟ ਸੈਕਸ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਸਮਝਾ ਵੀ ਦਿੰਦਾ ਹੈ ਔਰ ਤੁਹਾਨੂੰ ਉਸ ਰਸਤੇ ਤੇ ਲੈ ਵੀ ਜਾਂਦਾ ਹੈ। ਸੋ ਜਦੋਂ ਮੇਰਾ ਇਹ ਸਵਾਲ ਸੀ ਕਿ ਇਸ਼ਕ ਮਜਾਜੀ ਦੇ ਵਿੱਚ ਮਹਿਬੂਬ ਤੁਹਾਡਾ ਔਰਤ ਹੀ ਹੋ ਸਕਦੀ ਹੈ, ਉਹ ਤੁਸੀਂ ਦੱਸ ਦਿੱਤਾ ਕਿ ਔਰਤ ਮਰਦ ਕੋਈ ਵੀ ਹੋ ਸਕਦਾ ਹੈ, ਲੇਕਿਨ ਇੰਦਰੀਆਂ ਦੇ ਉੱਤੇ ਕੰਟਰੋਲ ਉਹ ਹੋਣਾ, ਉਹ ਇੱਕ ਫੇਜ਼ ਹੈ, ਇੱਕ ਸਟੇਜ ਹੈ। ਜਿਉਂ-ਜਿਉਂ ਤੁਸੀਂ ਉਸ ਸਟੇਜ ਨੂੰ ਕ੍ਰਾਸ ਕਰਦੇ ਹੋ ਤਾਂ ਡੈਫੀਨੇਟਲੀ ਉਸ ਸਟੇਜ ਤੋਂ ਪਰੇ ਨਿਕਲ ਕੇ ਤੁਸੀਂ ਉਹਨਾਂ ਤੇ ਕੰਟਰੋਲ ਵੀ ਕਰ ਲੈਂਦੇ ਹੋ। ਨਹੀਂ, ਉਹ ਪ੍ਰਵਾਨ ਹੀ, ਉਹ ਇਸ਼ਕ ਮਜਾਜੀ ਪ੍ਰਵਾਨ ਹੀ ਉਦੋਂ ਚੜੇਗਾ ਜਦੋਂ ਤੁਸੀਂ ਪਰੇ ਹੋ ਜਾਓਗੇ। ਕੀ ਬਾਤ। ਜਿਸ ਤਰ੍ਹਾਂ ਤੁਹਾਡੀ ਇੱਕ ਬਹੁਤ ਖੂਬਸੂਰਤ ਮੈਂ ਰਚਨਾ ਪੜ੍ਹ ਰਿਹਾ ਸੀ ਕਿ ਝੁਣਕਾਰ ਵੀ ਤੂੰ ਮੈਂਡੀ ਹੂਕ ਵੀ ਤੂੰ, ਹੂਕ ਵੀ ਤੂੰ, ਮੈਂਡਾ ਆਸ਼ਿਕ ਤੇ ਮਾਸ਼ੂਕ ਵੀ ਤੂੰ। ਹੁਣ ਇਹਦੇ ਵਿੱਚ ਸਿਰਫ 2 ਲਾਈਨਾਂ ਦੇ ਵਿੱਚ ਇਹਦੇ ਚ ਸੁਲਤਾਨ ਬਾਹੂ ਦੀ ਹੂਕ ਵੀ ਹੈ ਤੇ ਬਾਬਾ ਗੁਲਾਮ ਫਰੀਦ ਦਾ ਮੈਂਡਾਪਣ ਵੀ ਹੈ। ਮੈਂ ਤਾਂ ਹੀ ਇਹ ਗੱਲ ਸ਼ੇਅਰ ਕਰ ਰਿਹਾ ਸੀ, ਤੁਹਾਡੀਆਂ ਰਚਨਾਵਾਂ ਦੇ ਵਿੱਚੋਂ ਇਹ ਬਹੁਤ ਬਖੂਬੀ ਝਲਕਦਾ ਹੈ। ਤੇ ਫਿਰ ਤੁਸੀਂ ਅੱਗੇ ਕਹਿੰਦੇ ਹੋ ਕਿ ਮੈਂਡਾ ਆਸ਼ਿਕ ਤੇ ਮਾਸ਼ੂਕ ਵੀ ਤੂੰ, ਤੇ ਫਿਰ ਜਦੋਂ ਤੁਸੀਂ ਕਹਿੰਦੇ ਹੋ ਤੁਸੀਂ ਆਪਣਾ ਉਹਦੇ ਨਾਲ ਭੇਦ ਜਿਹੜਾ ਉਹ ਖਤਮ ਕਰ ਦਿੰਦੇ ਹੋ ਕਿ ਮੈਂ ਤੇ ਤੇਰੇ ਚ ਕੋਈ ਫਰਕ ਰਹਿ ਨਹੀਂ ਗਿਆ। ਇਹ ਅਵਸਥਾ ਜਿਹੜੀ ਹੈਗੀ ਆ, ਇਹ ਅਵਸਥਾ ਜਿਹੜੀ ਹੈਗੀ ਆ, ਇਹ ਫਿਰ ਆਖਰ ਦੀ ਅਵਸਥਾ ਆ, ਜਿਹਨੂੰ ਤੁਸੀਂ ਅਵਸਥਾ ਕਹਿ ਦਿੰਦੇ ਹੋ, ਆਖਿਰ ਦੀ ਅਵਸਥਾ ਕਹਿ ਦਿਓ, ਅਖੀਰ ਦੀ ਅਵਸਥਾ ਜੀ, ਕਿ ਹੁਣ ਤੂੰ ਨਹੀਂ ਰਿਹਾ, ਮੈਂ ਨਹੀਂ ਰਿਹਾ। ਕੀ ਬਾਤ ਹੈ। ਸੋ ਕੁਝ ਤੁਹਾਡੀਆਂ ਸੀਰੀਜ਼, ਤੁਹਾਡੀ ਇੱਕ ਸੁਸਾਇਟੀ ਜਿਹੜੀ ਤੁਸੀਂ ਰਜਿਸਟਰ ਕਰਵਾਈ, ਦ ਲੈਜੈਂਡਸ ਰਿਕਾਰਡ ਸੁਸਾਇਟੀ, ਜਦੋਂ ਤੁਸੀਂ ਉਹਨੂੰ ਤਿਆਰ ਕੀਤਾ ਤੇ ਉਹਦੇ ਥੱਲੇ ਤੁਹਾਡੀਆਂ 3 ਸੀਰੀਜ਼ ਤਿਆਰ ਹੋਈਆਂ ਜਿਹਨੂੰ ਵੱਖ-ਵੱਖ ਗਾਇਕਾਂ ਨੇ ਗਾਇਆ, ਜਿਹਦੇ ਵਿੱਚ ਤੇਰੇ ਸੰਗ ਸੰਗ, ਫਿਰ ਸਾਵਲ ਤੇ ਫਿਰ ਸ਼ਾਮਾਂ ਪੈ ਗਈਆਂ। ਸੋ ਮੈਂ ਇਹਦੇ ਬਾਰੇ ਤੁਹਾਡੇ ਨਾਲ ਜ਼ਿਕਰ ਕਰਾਂਗਾ ਹੁਣ, ਕਿਉਂਕਿ ਸਮਾਂ ਹੁਣ ਸਾਡੇ ਕੋਲ ਤਕਰੀਬਨ ਉਸ ਪਾਸੇ ਪਹੁੰਚ ਗਿਆ ਕਿ ਅਸੀਂ ਹੁਣ ਯਾਕੂਬ ਗਿੱਲ ਦੀ ਗਾਇਕੀ ਨੂੰ, ਤੁਹਾਡੀ ਰਚਨਾਵਾਂ ਨੂੰ ਉਹਦੀ ਤਰਨਮ ਆਵਾਜ਼ ਦੇ ਵਿੱਚ ਸੁਣਾਂਗੇ। ਤੁਸੀਂ ਨੂਰਾ ਸਿਸਟਰਸ ਨੂੰ, ਜੋਤੀ ਤੇ ਸੁਲਤਾਨਾ ਨੂੰ ਇੱਕ ਬਹੁਤ ਅੱਛਾ ਪਲੇਟਫਾਰਮ ਦਿੱਤਾ। ਮੇਰਾ ਖਿਆਲ ਪੂਰੀ ਦੁਨੀਆ ਦੇ ਵਿੱਚ ਜੇ ਉਹਨਾਂ ਬੱਚੀਆਂ ਦੀ ਪਹਿਚਾਨ ਹੋਈ ਹੈ ਤੇ ਉਹਦਾ ਸਿਹਰਾ ਤੁਹਾਡੇ ਹੱਥਾਂ ਥੱਲੇ ਹੈ, ਕਿਉਂਕਿ ਤੁਸੀਂ ਉਹਨਾਂ ਬੱਚੀਆਂ ਨੂੰ ਇੱਕ ਮੁਕਾਮ ਦਿੱਤਾ, ਇੱਕ ਥਾਂ ਦਿੱਤਾ, ਇੱਕ ਪਹਿਚਾਨ ਦਿੱਤੀ। ਅੱਲਾ ਮੀਆਂ ਦੀ ਨਾਲ ਮੇਰੇ ਤੋਂ ਹੀ ਸਟਾਰਟ ਹੋਈਆਂ ਸੀ, ਛੋਟੀਆਂ ਸੀ ਬਹੁਤ ਜੀ। ਇੱਕ ਬਰਕਤ ਸਿੱਧੂ ਜੀ, ਇੱਕ ਸਾਇਦਾ ਬੇਗਮ ਸਾਹਿਬਾ, ਯਾਕੂਬ ਗਿੱਲ ਤੇ ਹੋਰ ਬਹੁਤ ਸਾਰੇ ਜਿਹੜੇ ਤੁਹਾਡੇ ਸਿੰਗਰਸ ਨੇ ਜਿਨ੍ਹਾਂ ਨੇ ਤੁਹਾਡੀਆਂ ਰਚਨਾਵਾਂ ਨੂੰ ਗਾਇਆ, ਉਹਨਾਂ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ। ਇੱਕ ਚੀਜ਼ ਮੈਂ ਤੁਹਾਡੇ ਕੋਲ ਹੋਰ ਪੁੱਛਣੀ ਚਾਹਾਂਗਾ ਕਿ ਕਿਉਂਕਿ ਤੁਸੀਂ ਮਾਝੇ ਦੀ ਪੈਦਾਇਸ਼ ਹੋ ਤੇ ਅਸੀਂ ਮਾਝਾ ਹਾਊਸ ਦੇ ਇਸ ਘਰ ਦੇ ਵਿੱਚੋਂ ਗੱਲ ਕਰ ਰਹੇ ਹਾਂ, ਪ੍ਰਭਾ ਖੈਤਾਨ ਫਾਊਂਡੇਸ਼ਨ ਦੇ ਨਾਲ, ਪਰ ਮਾਝੇ ਦੀ ਬੋਲੀ ਦੇ ਬਾਵਜੂਦ ਤੁਹਾਡੀਆਂ ਰਚਨਾਵਾਂ ਦੇ ਵਿੱਚੋਂ ਮੈਨੂੰ ਵੱਖ-ਵੱਖ ਡਾਇਲੈਕਟ ਜਿਹੜੇ ਨੇ ਉਹ ਮਿਲੇ ਨੇ। ਮੈਂ ਤੁਹਾਡੀਆਂ ਦੋਵਾਂ ਪੁਸਤਕਾਂ ਨੂੰ ਬਹੁਤ ਨੇੜਿਓਂ ਪੜ੍ਹਿਆ ਔਰ ਉਹਨਾਂ ਨੂੰ ਪੜ੍ਹਿਆ ਹੀ ਨਹੀਂ, ਉਹਨਾਂ ਨੂੰ ਜੀਵਿਆ ਹੈ। ਸੋ ਤੁਹਾਡੀਆਂ ਜਿਹੜੇ ਬਹੁਤ ਵੱਖ-ਵੱਖ ਤਰ੍ਹਾਂ ਦੇ ਡਾਇਲੈਕਟਸ ਨੇ, ਪੰਜਾਬੀ ਜ਼ੁਬਾਨ ਦੇ ਵੱਖ-ਵੱਖ ਸ਼ਬਦਾਂ ਦਾ ਪ੍ਰਯੋਗ ਜਿਹੜਾ ਤੁਸੀਂ ਕੀਤਾ ਹੈ, ਸੋ 1 ਮਿੰਟ ਦੇ ਵਿੱਚ ਉਹਦੇ ਬਾਰੇ ਝਾਤ ਪਾਓ ਤੇ ਫਿਰ ਅਸੀਂ ਉਹਦੀ ਵਜ੍ਹਾ ਇਸ ਤਰ੍ਹਾਂ ਰਹਿ ਜਾਂਦੀ ਹੈ ਕਿ ਮੈਂ ਪਰੰਪਰਾ ਜਿਹੜੀ ਹੈਗਾ, ਪਰੰਪਰਾ ਨੂੰ ਜਿੰਨਾ ਚਿਰ ਤੁਸੀਂ, ਜੇ ਤੁਸੀਂ ਕਿਸੇ ਪਰੰਪਰਾ ਨੂੰ ਅੱਗੇ ਤੋਰਨਾ ਨਾ, ਤੇ ਉਹਦੇ ਨਾਲੋਂ ਟੁੱਟ ਕੇ ਤੁਸੀਂ ਨਹੀਂ ਤੋੜ ਸਕਦੇ ਉਹਨੂੰ ਜਿਹੜਾ ਹੈਗਾ ਉਹਦਾ ਪੱਲਾ ਫੜ ਕੇ ਫਿਰ ਤੋੜ ਸਕਦੇ। ਜਿਵੇਂ ਹੁਣ ਸਿੰਧ ਹੈ, ਸਿੰਧ ਚ ਇਹ ਹੋਏ ਨੇ ਗੁਲਾਮ ਫਰੀਦ ਚਾਚੜਾ ਵਗੈਰਾ, ਇਹਨਾਂ ਦੀ ਜਿਹੜੀ ਭਾਸ਼ਾ ਸੀਗੀ ਸਿੰਧੀ ਸੀਗੀ, ਮੈਂਡਾ ਹਾਂਜੀ ਵਾਲਾ ਪਾਸਾ ਸੀਗਾ। ਸੋ ਉਹਨਾਂ ਦੀ ਪਰੰਪਰਾ ਨੂੰ ਮਤਲਬ ਅੱਗੇ ਤੋਰਨ ਲਈ ਮੈਂ ਉਹਨਾਂ ਨੂੰ ਪਰੰਪਰਕ ਤੌਰ ਤੇ ਆਪਣੇ ਨਾਲ ਗੜਵੱਕੜੀ ਪਾ ਕੇ ਰੱਖਣ ਲਈ ਉਹਨਾਂ ਦੀ ਭਾਸ਼ਾ ਦੇ ਇਸਤੇਮਾਲ ਕੀਤਾ। ਹਾਲਾਂਕਿ ਮੇਰੀ ਭਾਸ਼ਾ ਨਹੀਂ, ਕਿ ਮੇਰੀ ਭਾਸ਼ਾ ਦੇ ਮਜ਼ਾਕ ਰਿਹਾ ਮਾਝੀ। ਮੈਂ ਜਦੋਂ ਤੁਹਾਡਾ ਕਲਾਮ ਸ਼ਿਵ ਬਟਾਲਵੀ ਦਾ ਪੜ੍ਹਦਾ ਔਰ ਉਹਦੇ 'ਚ ਵੀ ਤੁਸੀਂ ਬਹੁਤ ਸ਼ਿਵ ਦੀਆਂ ਨਜ਼ਮਾਂ ਵਾਂਗੂ ਤੁਸੀਂ ਗੱਲ ਇਸ਼ਕ ਦੀ ਕਰਦੇ ਹੋ, ਤੇ ਫਿਰ ਜਦੋਂ ਤੁਸੀਂ ਗੱਲ ਕਰਦੇ ਹੋ ਇਸ਼ਕ ਦੇ, ਇਸ਼ਕਾ ਮੇਰੇ ਦਿਲ ਜਾਨੀਆਂ ਦੇਵੀ ਯਾਰ ਨੂੰ ਸੁਨੇਹੜਾ ਤੇਰੀ ਮਿਹਰਬਾਨੀਆਂ, ਇਹ ਗੱਲ ਸਿੱਧੀ ਮਜਾਜ ਦੀ ਨਜ਼ਰ ਆਉਂਦੀ ਹੈ ਉਸ ਵੇਲੇ। ਤੇ ਮੈਂ ਹੁਣ ਤੁਹਾਡੇ ਨਾਲ ਅੱਗੇ ਗੁਫ਼ਤਗੂ ਜਾਰੀ ਰਹੇਗੀ, ਪਰ ਮੈਂ ਡਾਕਟਰ ਵੀਨਸ ਨੂੰ ਕਹਾਂਗਾ ਕਿ ਸਾਡੇ ਵਿਚਕਾਰ ਉਸ ਹਸਤੀ ਨੂੰ ਵੀ ਲੈ ਆਉਣ ਜਿਨ੍ਹਾਂ ਨੇ ਇਹਨਾਂ ਦੀਆਂ ਰਚਨਾਵਾਂ ਨੂੰ ਇੱਕ ਖੂਬਸੂਰਤ ਆਵਾਜ਼ ਦੇ ਕੇ ਪੂਰੀ ਦੁਨੀਆ ਤੱਕ ਪਹੁੰਚਾਇਆ। ਤੇ ਮੈਂ ਸਾਰੇ ਦਰਸ਼ਕਾਂ ਨੂੰ ਕਹਾਂਗਾ ਕਿ ਬਹੁਤ ਸਾਰੀਆਂ ਤਾਲੀਆਂ ਦੇ ਨਾਲ ਆਓ ਸਵਾਗਤ ਕਰਦੇ ਹਾਂ ਯਾਕੂਬ ਗਿੱਲ ਦਾ। ਯਾਕੂਬ ਜੀ ਆਇਆਂ ਨੂੰ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ ਜੀ।
ਤੇ ਯਾਕੂਬ- ਦੁਨੀਆ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਇਸ ਵੇਲੇ ਸ਼ਿਰਕਤ ਕਰ ਰਹੇ ਨੇ ਇਸ ਮਹਿਫਲ ਵਿੱਚ, ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਗੁੱਡ ਈਵਨਿੰਗ। ਬਹੁਤ ਬਹੁਤ ਸ਼ੁਕਰੀਆ ਯਾਕੂਬ ਸਾਨੂੰ ਵਕਤ ਦੇਣ ਲਈ। ਮੈਂ ਦਰਸ਼ਕਾਂ ਨੂੰ ਇਹ ਦੱਸ ਦਿਆਂ ਕਿ ਯਾਕੂਬ ਬਹੁਤ ਛੋਟੀ ਉਮਰੇ ਸੂਫੀ ਮੰਜ਼ਿਲ ਦੀਆਂ ਪੌੜੀਆਂ ਚੜ੍ਹਦਾ ਹੋਇਆ ਆਪਣੀ ਉਸ ਆਵਾਜ਼ ਦੀ ਗਾਇਕੀ, ਉਸ ਆਵਾਜ਼ ਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਉਹ ਬਹੁਤ ਸਾਰੇ ਅਵਾਰਡਸ ਲੈ ਚੁੱਕਾ ਹੈ। US, ਕੈਨੇਡਾ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਆਪਣੀ ਆਵਾਜ਼ ਦੇ ਲੋਹੇ ਮਨਵਾ ਚੁੱਕਾ ਹੈ। ਕਲੰਦਰ, ਰਾਂਝਣ ਮੇਰਾ ਰੱਬ, ਇਹ ਇਹਨਾਂ ਦੀਆਂ ਐਲਬਮਸ ਨੇ। ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰਿਆਂ ਨੂੰ ਇਹਨਾਂ ਨੇ ਪਲੇਬੈਕ ਸਿੰਗਿੰਗ ਦਿੱਤੀ ਹੈ, ਜਿਨ੍ਹਾਂ ਦੇ ਵਿੱਚ ਇੱਕ ਜਿਹੜੀ ਲੇਟੈਸਟ ਮੂਵੀ ਸੱਗੀ ਫੁੱਲਸੀ ਜਾਂ ਉਸ ਤੋਂ ਪਹਿਲਾਂ ਮਿੱਟੀ ਨਾ ਫਰੋਲ ਜੋਗੀਆ, ਇਹ ਕੁਝ ਚੰਦ ਫਿਲਮਾਂ ਦੇ ਮੈਂ ਨਾਮ ਲੈ ਰਿਹਾ। ਸੋ ਯਾਕੂਬ ਜੀ, ਬਿਨਾਂ ਕਿਸੇ ਦੇਰੀ ਤੋਂ ਮੇਰੀ ਗੁਜ਼ਾਰਿਸ਼ ਹੋਏਗੀ ਤੁਹਾਨੂੰ ਕਿ ਬਖਤਾਵਰ ਜੀ ਦੀਆਂ ਕੋਈ ਦੋ ਰਚਨਾਵਾਂ ਸਾਡੇ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਦੇ ਨਾਮੇ ਕਰ ਦਿਓ। ਜੀ ਸਰ, ਥੈਂਕ ਯੂ। मैं पूछना चाहना जी, मेरी आवाज सही आ रही है? बिल्कुल बिल्कुल ठीक है, बिल्कुल ठीक है। इजाजत है जी? जी जी, बिस्मिल्लाह। सौ रब दी तेरा मुखड़ा नूरी, वे तू ना कर झगड़े छेड़े, आपे तुला आपे चपू ते आपे बन दे जद दी मैं विच जद दी मैं विच तू होई ते साडे कोई ना वड़दा वेड़े, बख्तावर मियां हुण तेरे बाजू, वे दस कौन अजाब नवेड़े, हो दस कौन अजाब नवेड़े। मैया मोरी रांझण बहुत रुलायो, मैया मोरी रांझण बहुत रुलायो, देखत देखत मोरी अखियां थक गई, देखत देखत मोरी अखियां थक गई, वो अब तक घर न आयो रे, मैया मोरी रांझण बहुत रुलायो रे, मैया मोरी रांझण बहुत रुलायो। मैं रांझण का भेद न जाना, किस घर उसका आना जाना, किस घर उसका आना जाना, बात समझना आयो रे,
मैया मोरी रांझण वक्त रुलायो, रात हनेरी कुकर भौंकण भौंकण, कुकर रात हनेरी कुकर भौंकण, बख्तावर मेरी बन गई सौंकण, बख्तावर मेरी बन गई सौंकण, मेरा पीछा अब छुड़ायो रे, मैया मोरी रांझण बहुत रुलायो रे, देखत देखत मोरी अखियां थक गई, देखत देखत मोरी अखियां थक गई, अब तक घर न आयो रे, मैया मोरी रांझण बहुत रुलायो, ओ रांझण बहुत रुला वाह 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 मोरी रांझण रुलायो। वाह यकूब जी, वाह वाह वाह, बहुत कूल, बहुत कमाल, बहुत कमाल। एक गुजारिश ਤੁਹਾਨੂੰ, बहुत शुक्रिया जी। हाँ जी, बहुत सोहना गाया, पर इस गायकी ਦੇ ਵਿੱਚੋਂ ਕੁਝ ਲੁਤਫ ਸਾਡਾ ਘਟ ਗਿਆ ਕਿ ਤੁਸੀਂ ਮਾਈਕ ਤੋਂ ਥੋੜਾ ਜਿਹਾ ਸਿਰ ਆਪਣਾ ਸਾਈਡ ਤੇ ਕਰ ਲੈਂਦੇ ਸੀ ਅਲਾਪ ਲੈਣ ਦੇ ਟਾਈਮ ਦੇ ਉੱਤੇ, ਉਸ ਵੇਲੇ ਆਵਾਜ਼ ਤੁਹਾਡੀ ਦਬ ਜਾਂਦੀ ਸੀ। ਸੋ ਮੇਰੀ ਹੁਣ ਗੁਜ਼ਾਰਿਸ਼ ਹੈ ਕਿ ਆਪਣਾ ਚਿਹਰਾ ਹਾਰਮੋਨੀਅਮ ਵੱਲ ਰੱਖਿਓ, ਜਿਹੜਾ ਅਸੀਂ ਦੂਸਰਾ ਤੁਸੀਂ ਨਜ਼ਮ ਜਾਂ ਗਜ਼ਲ ਦਾ ਤੁਸੀਂ ਸਾਨੂੰ ਸੁਣਾਓ ਤੇ ਆਵਾਜ਼ ਇਕਸਾਰ ਤੇ ਇੱਕ ਥਾਂ ਤੇ ਰੱਖੋਗੇ ਤੇ ਸਾਰੀ ਆਡੀਅנס ਨੂੰ, ਸਾਰੇ ਦਰਸ਼ਕਾਂ ਨੂੰ ਤੁਹਾਡੀ ਆਵਾਜ਼ ਦਾ ਜਾਦੂ ਜ਼ਿਆਦਾ ਚੰਗੇ ਤਰੀਕੇ ਨਾਲ ਮਿਲੇਗਾ। ਜੀ ਸ਼ੁਕਰੀਆ। ਵੈਸੇ ਮੈਂ ਜਾਣਬੁੱਝ ਕੇ ਕਰ ਰਿਹਾ ਸੀ ਕਿਉਂਕਿ ਮੈਨੂੰ ਇਹ ਸੀ ਜਦੋਂ ਹਾਈ ਪਿਚ ਆਲਾਪ ਜਾਂਦਾ ਹੈ ਕਿਤੇ ਬਲਾਸਟ ਨਾ ਕਰੇ ਮੇਰੀ ਵੋਕਲ। ਨਹੀਂ ਨਹੀਂ, ਅੱਛਾ, ਇੱਕ ਅਸੀਂ ਸਥਾਈ ਤੇ ਇੱਕ ਅੰਤਰਾ, ਬਸ ਦੂਸਰੀ ਨਜ਼ਮ ਦਾ ਕੋਈ, ਔਰ ਕੋਸ਼ਿਸ਼ ਕਰਿਓ ਕਿ ਆਵਾਜ਼ ਦੇ ਨੇੜੇ ਹੀ ਰਹੋ। जी, मैं मेरा टाइटल एल्बम दा रांझण मेरा रब, मैं ओदा एक स्थाई और अंतरा थोड़ी नजर कर जी देना देना दे देना देना रांझण मेरा रब निमाए, रांझण मेरा रब, रांझण मेरा रब निमाए, रांझण मेरा रब, जोगी वाला पेस बटाया, जोगी वाला पेस बटाया, वेखे सारा जग निमाए, रांझण मेरा रब, रांझण मेरा
रब नी माए रांझण मेरा, रब नी माए रांझण मेरा रब। जद बोले ओ बोले इलाही, रुक रुक सुन दे जान दे राही। जद बोले ओ बोले इलाही, वाह वाह, रुक रुक सुन दे जान दे राही। मैं भी दर ते अलख जगाई, मैं भी दर ते अलख जगाई, पैरी पैना मज निमाए रांझण मेरा रब, रांझण मेरा रब नी माए रांझण मेरा, रब नी माए रांझण मेरा रब। वाह 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 यकूब जी वाह। देखो मैं तारीफ मैं करा ते वो शायद अतकथनी होवेगी ਜਦੋਂ ਮੈਨੂੰ ਆਡੀਅנס ਦੇ ਮੈਸੇजेस ਆ ਰਹੇ ਨੇ ਜਿਨ੍ਹਾਂ ਨੇ ਤੁਹਾਡੀ ਗਾਇਕੀ ਤੋਂ, ਔਰ ਵੇਖੋ ਇੱਕ ਨਜ਼ਮ ਤੇ ਦੂਸਰੀ ਨਜ਼ਮ ਦੇ ਵਿਚਕਾਰ ਆਵਾਜ਼ ਦੇ ਨਾਲ ਬੁਲੰਦੀ ਕਿੰਨੀ ਖੂਬਸੂਰਤ ਰੰਗ ਲੈ ਕੇ ਆਈ। ਔਰ ਤੁਸੀਂ ਦੇਖੋ ਜਦੋਂ ਇੱਕ ਸ਼ਾਇਰ ਜਾਂ ਇੱਕ ਤਹਿਰੀਰ ਜਿਹਦੀ ਕੀਤੀ ਜਾਂਦੀ ਹੈ, ਜਦੋਂ ਉਹਨੂੰ ਇੰਨੀ ਮਿੱਠੀ ਤੇ ਸੁਰੀਲੀ ਆਵਾਜ਼ ਮਿਲ ਜਾਂਦੀ ਹੈ ਤਾਂ ਉਹ ਸ਼ਾਇਰੀ ਜ਼ਿੰਦਾ ਹੋ ਜਾਂਦੀ ਹੈ। ਮੇਰਾ ਖਿਆਲ ਮੇਰੀ ਇਸ ਗੱਲ ਦੇ ਨਾਲ ਬਖਤਾਵਰ ਮੀਆਂ ਬਿਲਕੁਲ ਸਹਿਮਤ ਹੋਣਗੇ ਕਿ ਜਦੋਂ ਉਹਨੂੰ ਆਵਾਜ਼ ਮਿਲ ਜਾਂਦੀ ਹੈ ਤਾਂ ਉਹ ਜ਼ਿੰਦਾ ਹੋ ਜਾਂਦੀ ਹੈ ਤੇ ਆਮ ਮਖਲੂਕ ਖਲਕ ਤੱਕ ਪਹੁੰਚ ਜਾਂਦੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਂ ਇਸ ਜਗ੍ਹਾ ਤੇ ਸਰ ਮੈਂ ਕੁਐਸਚਨ ਸੀ ਮਹਿਸੂਸ ਕਰ ਰਿਹਾ ਕਿ ਮੈਨੂੰ ਇਹਨਾਂ ਨੂੰ ਗਾਉਣ ਦਾ ਮੌਕਾ ਮਿਲਿਆ। ਨਹੀਂ ਸਾਰੇ ਅਸੀਂ ਲੋਕ ਜਿੰਦਾ ਇਹਨਾਂ ਲੋਕਾਂ ਕਰਕੇ ਹਾਂ। ਵਾਹ, ਬੇਸ਼ੱਕ ਬੇਸ਼ੱਕ। ਮੈਂ ਬਖਤਾਵਰ ਜੀ ਤੁਹਾਨੂੰ ਇੱਕ ਵਾਰੀ ਫਿਰ ਦੱਸਾਂ ਕਿ ਪਾਕਿਸਤਾਨ ਤੋਂ, ਆਸਟ੍ਰੇਲੀਆ ਤੋਂ, ਅਮਰੀਕਾ ਤੋਂ, ਇੰਗਲੈਂਡ ਤੋਂ, ਮਲੇਸ਼ੀਆ ਤੋਂ, ਇੰਡੀਆ ਤੋਂ, ਕੈਨੇਡਾ ਤੋਂ, ਔਰ ਇਹ ਸਾਰੇ ਜਿਹੜੇ ਸਾਡੇ ਪਾਰਟਿਸਪੈਂਟਸ ਇਸ ਵੇਲੇ ਜੁੜੇ ਹੋਏ ਨੇ ਤੇ ਹੁਣ ਸਾਡੇ ਕੋਲ ਵਕਤ ਹੈ ਕੁਐਸਚਨ ਆਨਸਰ ਸੈਸ਼ਨ ਦਾ। ਯਾਕੂਬ ਜੀ ਦਿਲ ਦੀਆਂ ਗਹਿਰਾਈਆਂ ਤੋਂ ਮਾਝਾ ਹਾਊਸ ਵੱਲੋਂ ਤੇ ਪ੍ਰਭਾ ਖੈਤਾਨ ਫਾਊਂਡੇਸ਼ਨ ਵੱਲੋਂ ਸਾਡਾ ਇੱਕ ਹੋਰ ਰਸਮ ਵੀ ਹੈ, ਪਰ ਉਹ ਅਸੀਂ ਕਿਉਂਕਿ ਸੋਸ਼ਲ ਡਿਸਟੈਂਸਿੰਗ ਕ੍ਰੀਏਟ ਕੀਤੀ ਹੋਈ ਹੈ, ਮੰਨ ਰਹੇ ਹਾਂ ਉਸ ਨੂੰ, ਉਹਦੀ ਪਾਲਣਾ ਕਰ ਰਹੇ ਹਾਂ। ਜੇ ਅਸੀਂ ਇਹ ਗੱਲ ਵਕੜੀ ਆਪਣੇ ਮਾਝਾ ਹਾਊਸ ਦੇ ਵਿਹੜੇ ਦੇ ਵਿੱਚ ਕਰਦੇ ਤੁਹਾਨੂੰ ਕੁੱਟ ਕੇ ਜੱਫੀ ਵੀ ਪਾਉਂਦੇ ਤੇ ਇੱਕ ਦੁਸ਼ਾਲਾ ਵੀ ਮਾਝਾ ਹਾਊਸ ਵੱਲੋਂ ਤੇ ਪ੍ਰਭਾ ਖੈਤਾਨ ਫਾਊਂਡੇਸ਼ਨ ਵੱਲੋਂ ਤੁਹਾਨੂੰ ਅਰਪਣ ਕਰਦੇ। ਪਰ ਅੱਜ ਇਸ ਨਿਮਾਣੇ ਵੱਲੋਂ ਇਸ ਦੇ ਵਿੱਚ ਸਮਝੋ ਕਿ ਅਸੀਂ ਤੁਹਾਨੂੰ ਪਿਆਰ ਦੀਆਂ ਸਾਰੀਆਂ ਅਸੀਸਾਂ ਤੁਹਾਡੇ ਤੱਕ ਦੇ ਰਹੇ ਹਾਂ। ਸਰ ਮੈਂ ਨਿੱਘ ਮਹਿਸੂਸ ਕਰ ਰਿਹਾ ਜੀ ਘਰ ਬੈਠੇ। ਬਹੁਤ ਸ਼ੁਕਰੀਆ। ਜਿਹੜੇ ਸਰੋਤਿਆਂ ਨੇ ਮੇਰੇ ਵਾਸਤੇ ਕਮੈਂਟਸ ਦਿੱਤੇ ਨੇ, ਪਿਆਰ ਦਿੱਤਾ, ਮੈਂ ਸਭ ਦਾ ਇਸ ਮਾਧਿਅਮ ਨਾਲ ਧੰਨਵਾਦ ਕਰਨਾ ਚਾਹੁੰਦਾ। ਤੁਹਾਡਾ ਸ਼ੁਕਰੀਆ, ਬਹੁਤ ਸ਼ੁਕਰੀਆ। ਮੈਂ ਹੁਣ ਆਪਣੇ ਸਾਰੇ ਦਰਸ਼ਕਾਂ ਨੂੰ ਇਹ ਰਿਕੁਐਸਟ ਕਰਾਂਗਾ, ਜੇ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ ਤਾਂ ਸਾਡੇ ਕੋਲ ਇਹ ਕੁਐਸਚਨ ਆਨਸਰ ਸੈਸ਼ਨ ਹੈ। ਇਸ ਸੈਸ਼ਨ ਦੇ ਵਿੱਚ ਤੁਸੀਂ ਆਪਣਾ ਹੱਥ ਰੇਜ਼ ਕਰ ਸਕਦੇ ਹੋ। ਰੇਜ਼ ਹੈਂਡ ਦੀ ਆਪਸ਼ਨ ਤੁਹਾਨੂੰ ਤੁਹਾਡੇ ਪਾਰਟਿਸਪੈਂਟ ਸੈਕਸ਼ਨ ਦੇ ਵਿੱਚ ਜਾ ਕੇ ਉੱਥੋਂ ਮਿਲ ਸਕਦੀ ਹੈ। ਤੁਸੀਂ ਆਪਣੇ ਉੱਥੇ ਪਹੁੰਚੋ ਤੇ ਉੱਥੇ ਜਾ ਕੇ ਤੁਸੀਂ हैंड रेज कर सकते हो। हैंड रेज करोगे तो मेरे को पहुंच जाएगा तो मैं ਤੁਹਾਡਾ सवाल बख्तावर जी तक ਲੈ ਸਕਾਂਗਾ और बख्तावर जी ਉਸ ਗੱਲ ਦਾ ਜਵਾਬ ਤੁਹਾਨੂੰ ਦੇ ਸਕਣਗੇ। ਅੱਜ ਦੀ ਇਹ ਸ਼ਾਮ ਅਨਹਦ ਦੀ ਮੈਂ ਕਹਾਂ ਤੇ ਘੱਟ ਨਹੀਂ ਹੋਏਗੀ ਤੇ ਬਖਤਾਵਰ ਜੀ ਜਦ ਤੱਕ ਸਾਡੇ ਕੋਲ ਕੁਐਸਚਨਸ ਆ ਰਹੇ ਨੇ ਮੈਂ ਕਹਾਂਗਾ ਕਿ ਆਪਣੀ ਇਸ ਸ਼ਾਇਰੀ ਦੇ ਵਿੱਚੋਂ ਇੱਕ ਦੋ ਲਾਈਨਾਂ ਸਾਡੇ ਨਾਲ ਸਾਂਝੀਆਂ ਕਰੋ। ਜ਼ਰੂਰ, ਬਿਲਕੁਲ ਬਿਲकुल ਬਿਲकुल। ਸੋ ਤੁਹਾਨੂੰ ਮੈਂ ਆਪਣੇ ਹੀ ਇਸੇ ਰੰਗ ਦੇ ਵਿੱਚ, ਜਿਸ ਰੰਗ ਦੇ ਵਿੱਚ ਆਪਾਂ ਸੀਗੇ ਜੀ, ਉਸੇ ਰੰਗ ਦੇ ਵਿੱਚ ਹੀ ਰਵਾਂ। ਤੋਂ ਜਿਹੜੀ ਜ਼ਿਕਰ ਕੀਤਾ ਸੀ ਤੁਸੀਂ ਕੱਲ ਇੱਕ ਸ਼ੇਰ ਦਾ ਜੀ, ਕਿ ਮੈਂ ਬੂੰਦ ਹਾਂ, ਵਾਹ, ਸਾਗਰ ਹਾਂ, ਵਾਹ, ਜਾਂ ਪਾਣੀਆਂ ਤੇ ਲੀਕ ਹਾਂ।
क्या बात है। मैं बूंद हाँ, सागर हाँ, ਜਾਂ ਪਾਣੀਆਂ ਤੇ ਲੀਕ ਹਾਂ, जी ਮੈਨੂੰ ਰੋਕਣਾ ਤੇਰੇ ਵਸ ਨਹੀਂ, क्या बात है, ਮੈਂ ਕਿਸੇ ਹੋਰ ਦੀ ਉਡੀਕ ਹਾਂ। क्या बात है, वाह वाह, बखूबी, बहुत कमाल बख्तावर मियाँ। मैं ਵੀਨਸ ਜੀ ਨੂੰ ਕਹਾਂਗਾ ਹਰਦਰਸ਼ਨ ਜੀ ਨੂੰ ਕਿਰਪਾ ਕਰਕੇ ਲਾਈਨ ਤੇ ਲੈ ਲੈਣ ਤਾਂ ਕਿ ਅਸੀਂ ਉਹਨਾਂ ਦਾ ਵੀਡੀਓ ਤੇ ਆਡੀਓ ਔਨ ਕਰ ਲਈਏ ਤੇ ਉਹ ਆਪਣਾ ਸਵਾਲ ਡਾਇਰੈਕਟ ਬਖਤਾਵਰ ਜੀ ਨਾਲ ਸਾਂਝਾ ਕਰ ਸਕਣ। ਸਤਿ ਸ਼੍ਰੀ ਅਕਾਲ ਹਰਦਰਸ਼ਨ ਜੀ, ਜੀ ਆਇਆਂ ਨੂੰ। ਸਰ ਮੈਂ ਸਿਰਫ ਬਖਤਾਵਰ ਸਰ ਕੋਲ ਉਹਨਾਂ ਦੇ ਇੱਕ ਕਲਾਮ ਹੈਗਾ ਹੁਣ ਬਖਸ਼ੋ ਕਰਤਾਰ, ਉਹਦੀਆਂ ਚੰਦ ਲੈਣਾ ਸੁਣਨਾ ਚਾਹੁੰਦਾ ਜੀ। क्या बात है। ये मैं सारे श्रोते दर्शकों ਨੂੰ ਦੱਸਾਂ ਕਿ ਇਹ ਹੁਣ ਬਖਸ਼ੋ ਕਰਤਾਰ ਇਹ ਬਖਤਾਵਰ ਜੀ ਦੀ ਨਜ਼ਮ ਕੱਲ ਹੀ ਇਹਨਾਂ ਨੇ ਲਿਖੀ ਔਰ ਮੇਰੇ ਨਾਲ ਸ਼ੇਅਰ ਹੋਈ ਔਰ ਹਰਦਰਸ਼ਨ ਜੀ ਨੇ ਬਹੁਤ ਕਮਾਲ ਦਾ ਫਰਮਾਇਸ਼ ਕੀਤੀ ਹੈ। ਬਖਤਾਵਰ ਜੀ ਦੋ ਲਾਈਨਾਂ ਉਹਦੀਆਂ ਤੇ ਫਿਰ ਇਸ ਤੋਂ ਬਾਅਦ ਸਾਡੇ ਕੋਲ ਨੈਕਸਟ ਪਾਰਟਿਸਪੈਂਟਸ ਨੇ। ਉਹਦੇ ਚ ਇਹ ਸੀਗਾ ਹਰਦਰਸ਼ਨ ਜੀ ਕਿ ਹੋਏ ਆ ਬੜੇ ਖੁਆਰ। ਵਾਹ ਕੀ ਬਾਤ ਹੈ। ਹੋਏ ਆ ਬੜੇ ਖੁਆਰ बस हुण बख्शो करतार। क्या बात है। हो गई मारो मार, बिल्कुल बिल्कुल, बस हुण बख्शो करतार। वाह। मान दी लाश नू हुण नहीं लभदा, पुत ना रिश्तेदार। क्या बात है, आय हाय हाय, हुण बख्शो करतार। क्या बात है। ਤੇ ਸਿਵਿਆਂ ਦੇ ਵਿੱਚ ਥਾਂ ਨਹੀਂ ਮਿਲਦੀ, ਹੁਣ ਸਿਵਿਆਂ ਦੇ ਵਿੱਚ ਥਾਂ ਨਹੀਂ ਮਿਲਦੀ, ਥਾਂ ਨਹੀਂ ਮਿਲਦੀ, ਬੰਦੇ ਨਹੀਂ ਮਿਲਦੇ ਚਾਰ। ਓਏ ਹੋਏ ਹੋਏ, ਹੁਣ ਬਖਸ਼ੋ ਕਰਤਾਰ। ਕਿਆ ਵੱਡੀ ਹੁਣ ਬਖਸ਼ੋ। ਇਸ ਕਰੋਨਾ ਨੂੰ ਲੈ ਕੇ ਇੱਕ ਸ਼ੇਰ ਹੈ ਬਿਲਕੁਲ ਜੀ। ਡਾਕਟਰ ਵੀਨਸ ਮਦੀਹਾ ਅਰਸਲਨ ਸਾਡੇ ਕੋਲ ਨੇ ਪਾਕਿਸਤਾਨ ਤੋਂ। ਇਸ ਤੋਂ ਬਾਅਦ ਮੈਂ ਰਿਕੁਐਸਟ ਕਰਾਂਗਾ ਕਿ ਉਹਨਾਂ ਨੂੰ ਤੁਸੀਂ ਆਡੀਓ ਤੇ ਵੀਡੀਓ ਔਨ ਕਰੋ, ਉਹ ਵੀ ਆਪਣਾ ਸਵਾਲ ਜਿਹੜਾ ਹੈ ਉਹ ਬਖਤਾਵਰ ਜੀ ਨਾਲ ਕਰ ਸਕਣ। ਮਦੀਹਾ ਅਰਸਲਨ ਇਸਲਾਮਾਬਾਦ ਪਾਕਿਸਤਾਨ ਤੋਂ। ਜੀ ਜੀ अस्सलाम वालेकुम मदीहा जी। मदीहा तुम्हारी आवाज नहीं आ रही, कैन यू बी लिटिल लाउडर? नो इट्स ਤੁਸੀਂ ਆਪਣੇ ਫੋਨ ਦੀ ਸੈਟਿੰਗਸ ਤੋਂ ਆਡੀਓ ਔਨ ਕਰੋ ਕਾਲ ਡਿਵਾਈਸ ਦੀ। ਵੀਨਸ ਜੀ ਇਹਨਾਂ ਦਾ ਆਡੀਓ ਔਨ ਕਰ ਦਿਓ ਪਲੀਜ਼। यस मदीहा, ਤੁਹਾਡੀ ਆਵਾਜ਼ ਨਹੀਂ ਆ ਰਹੀ। ਮਦੀਹਾ ਜੀ ਇੱਕ ਵਾਰ ਤੁਸੀਂ ਦੁਬਾਰਾ ਟਰਾਈ ਕਰੋ ਆਪਣੇ ਫੋਨ ਦੀਆਂ ਸੈਟਿੰਗਸ ਨੂੰ। ਅਸੀਂ ਤਦ ਤੱਕ ਗੁਰਪ੍ਰਤਾਪ ਜੀ ਨੂੰ ਲੈਣੇ ਆ ਔਰ ਗੁਰਪ੍ਰਤਾਪ ਜੀ ਤੋਂ ਬਾਅਦ ਦੁਬਾਰਾ ਤੁਹਾਨੂੰ ਮਦੀਹਾ ਜੀ ਨੂੰ ਅਸੀਂ ਲੈ ਕੇ ਆਵਾਂਗੇ। ਸੋ ਡਾਕਟਰ ਵੀਨਸ ਪਲੀਜ਼ ਇੱਕ ਵਾਰੀ ਗੁਰਪ੍ਰਤਾਪ ਜੀ ਨੂੰ ਵੀ ਨਾਲ ਲਓ। ਸਤਿ ਸ਼੍ਰੀ ਅਕਾਲ ਬਖਤਾਵਰ ਜੀ। ਸਤਿ ਸ਼੍ਰੀ ਅਕਾਲ ਗੁਰਪ੍ਰਤਾਪ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚਮਕ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਗੁਰਪ੍ਰਤਾਪ ਜੀ। ਮੈਂ ਪੁੱਛਣਾ ਸੀਗਾ ਕਿ ਤੁਸੀਂ ਹੁਣੀ ਜਿਹੜੇ ਆਪਣੀ ਕਿਤਾਬਾਂ ਦੇ ਟਾਈਟਲ ਚਮਕ ਸਾਹਿਬ ਨੇ ਦਿਖਾਏ ਸੀਗੇ, ਪਾਰ ਚਨਾ ਤੋਂ ਉਸ ਦਾ ਡੇਰਾ ਜੀ, ਜੋਗੀ ਰਾਵੀ ਕਿਨਾਰੇ, ਤੇ ਇਹਨਾਂ ਦੋਨਾਂ ਦੇ ਟਾਈਟਲ 'ਚ ਜੀ ਇਹੀ ਦੋ ਕਿਤਾਬਾਂ, ਇਹਨਾਂ ਦੋਨਾਂ ਦੇ ਟਾਈਟਲ 'ਚ ਤੁਸੀਂ ਨਦੀ ਦਾ ਜ਼ਿਕਰ ਕੀਤਾ ਹੋਇਆ ਹੈ, ਉਹਦੀ ਕੋਈ ਖਾਸ ਵਜ੍ਹਾ? ਨਦੀ ਜਿਹੜੀ ਹੈਗੀ ਆ ਜੀ ਉਹਦੀ ਬਹੁਤ ਇਹਦੇ ਵਿੱਚ ਮਹੱਤਤਾ, ਦੋਵਾਂ ਦੇ ਵਿੱਚ ਹੀ ਮਹੱਤਤਾ ਆ ਕਿ ਅਸੀਂ ਨਦੀ ਆ ਤੇ ਜਿਹੜਾ ਮੁਰੀਦ ਆ ਇਹਨੇ ਸਮੁੰਦਰ ਹੋਣਾ ਆ। ਤੇ ਜਿਹੜਾ ਮੇਰਾ ਵਾਹ ਵਾਹ ਇਹਨੇ ਸਮੁੰਦਰ ਹੋਣਾ ਆ ਤੇ ਇਹਦਾ ਕਿਨਾਰਾ ਜਿਹੜਾ ਹੈਗਾ ਉਹ ਜਿੰਨਾ ਚਿਰ ਤੱਕ ਅਸੀਂ ਕਿਨਾਰਾ ਛੱਡਾਂਗੇ ਨਹੀਂ ਉਹਨਾਂ ਚਿਰ ਅਸੀਂ ਸਮੁੰਦਰ ਨਹੀਂ ਹੋ ਸਕਦੇ। ਤੇ ਉਹ ਛਡਾਉਣ ਵਾਲਾ ਕੌਣ ਬੈਠਾ ਹੈ? ਉਹ ਪਾਰ ਬੈਠਾ, ਉਹ ਉਧਰਲੇ ਪਾਰ ਬੈਠਾ ਹੈ। ਹਾਂਜੀ, ਤੇ ਉਹਦੇ ਕਿਨਾਰੇ ਤੇ ਰਹਿੰਦਾ ਆ, ਉਹ ਮੁਰਸ਼ਦ ਹੈ। ਠੀਕ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਗੁਰਪ੍ਰਤਾਪ ਜੀ। ਅਸੀਂ ਦੁਬਾਰਾ ਮਦੀਹਾ ਅਰਸਲਨ ਨੂੰ ਇੱਕ ਵਾਰੀ ਦੁਬਾਰਾ ਟਰਾਈ ਕਰੀਏ। ਮਦੀਹਾ ਅਰਸਲਨ ਜੀ। Dr. Venus, please kindly can you put up Madiha Arslan on the board? जी मदीहा।
ਤੁਹਾਡੇ ਪਿੱਛੋਂ ਚਿੜੀਆਂ ਦੀਆਂ ਆਵਾਜ਼ਾਂ ਮੈਨੂੰ ਆ ਰਹੀਆਂ ਨੇ ਮਦੀਹਾ, ਪਰ ਤੁਹਾਡੀਆਂ ਆਵਾਜ਼ਾਂ ਨਹੀਂ ਆ ਰਹੀਆਂ। ਨਹੀਂ, ਉਹ ਮੇਰੇ ਘਰ ਤੋਂ ਆ ਸ਼ਾਇਦ। ਅੱਛਾ, ਉਹ ਤੁਹਾਡੇ ਘਰ ਤੋਂ ਨੇ, ਰਾਈਟ। Probably still there is some problem with your gadget. Anyways, ਅਸੀਂ ਤੁਹਾਨੂੰ ਜੀ ਆਇਆਂ ਵੀ ਕਹਿੰਦੇ ਆ, ਵੈਲਕਮ ਵੀ ਕਰਦੇ ਆ। ਔਰ ਪਾਕਿਸਤਾਨ ਤੋਂ, ਇਸਲਾਮਾਬਾਦ ਤੋਂ ਮਦੀਹਾ ਅਸਲਨ ਇੱਕ ਖੁਦ ਬਹੁਤ ਅੱਛੀ ਰਾਈਟਰ ਨੇ, ਔਰ ਇਹ ਉੱਥੇ ਜੋ ਅਸੀਂ ਕੰਮ ਮਾਝਾ ਹਾਊਸ ਲੈ ਕੇ ਇੱਥੇ ਕਰ ਰਹੇ ਹਾਂ, ਪ੍ਰਭਾ ਖੇਤਾਨ ਫਾਊਂਡੇਸ਼ਨ ਕਰ ਰਹੀ ਹੈ, ਇਹ ਉੱਥੇ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਇਹ ਨੀੜਾ ਚੁੱਕਿਆ ਹੋਇਆ। ਮਦੀਹਾ, ਅਸੀਂ ਤੁਹਾਡਾ ਇਸਤਕਬਾਲ ਕਰਦੇ ਹਾਂ ਔਰ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ। ਸੋ ਪ੍ਰੀਤੀ ਗਿੱਲ ਜੀ ਨੂੰ ਜੇ ਅਸੀਂ ਲੈ ਸਕੀਏ, ਯੈਸ ਪ੍ਰੀਤੀ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। सत श्री अकाल, हाउ आर यू ऑल? I am सुन के सारे क्वेश्चंस आपकी कॉन्वर्सेशन भी और याकूब का गाना, दोनों नज़में बड़ी सुंदर थी, बहुत अच्छा लगा सुन के। वेरी गुड, लवली। थैंक यू जी। राइट। चलो बख्तावर जी, ਤੁਹਾਨੂੰ ਗੁਰਪ੍ਰਤਾਪ ਜੀ ਨੇ ਪੁੱਛਿਆ ਕਿ ਦੋਹਾਂ ਦੇ ਵਿੱਚ ਤੁਹਾਡੇ ਨਦੀਆਂ ਦਾ ਟਾਈਟਲ, ਔਰ ਤੁਸੀਂ ਇੱਕ ਬੜੀ ਗੱਲ ਡੂੰਗੀ ਰਮਜ਼ ਦੱਸ ਦਿੱਤੀ ਕਿ ਨਦੀ ਨੇ ਮੁੜ ਸਮੁੰਦਰ 'ਚ ਜਾ ਕੇ ਫਨਾ ਹੋ ਜਾਣਾ ਹੈ ਜੀ। ਆਪਣੀ ਜ਼ਾਤ ਉਹਨੇ ਸਮੁੰਦਰ ਦੇ ਵਿੱਚ ਖਤਮ ਕਰ ਦੇਣੀ ਹੈ, ਬਿਲਕੁਲ। ਔਰ ਸਮੁੰਦਰ ਦਾ ਹਿੱਸਾ ਬਣ ਆਪਣੀ ਪਹਿਚਾਨ ਉਸ ਸਮੁੰਦਰ ਦੀ ਕਰ ਦੇਣੀ ਹੈ ਜੀ। ਇਸ ਗੱਲ ਦੀ ਬਾਬਾ ਨਾਨਕ ਨੇ ਵੀ ਇਹੀ ਕਹੀ, ਬਾਬਾ ਸ਼ੇਖ ਫਰੀਦ, ਬਾਬਾ ਬੁੱਲੇ ਨੇ ਵੀ ਇਹੀ ਕਹੀ। ਔਰ ਜੇ ਇਹਦੇ ਨਾਲ ਕੋਈ ਟੁਕਵੀਂ ਆਪਣੇ ਅਸ਼ਾਰ ਕੋਈ ਤੁਸੀਂ ਸਾਡੇ ਨਾਲ ਸਾਂਝੇ ਕਰ ਸਕੋ, ਜਿਹਦੇ 'ਚ ਗੱਲ ਜ਼ਿਕਰ ਫਨਾ ਦਾ ਹੋ ਰਿਹਾ ਹੋਵੇ ਕਿ ਤੁਸੀਂ ਆਪਣੀ ਜ਼ਾਤ ਨੂੰ ਉਹਦੇ ਵਿੱਚ ਖਤਮ ਕਰ ਰਹੇ ਹੋ, ਤਾਂ ਸਾਡੇ ਦਰਸ਼ਕਾਂ ਲਈ ਇੱਕ ਖੂਬਸੂਰਤ ਨਜ਼ਾਰਾ ਹੋਵੇ। ਇਹਦੇ 'ਚ ਤੁਹਾਨੂੰ ਥੋੜੇ ਫਲੈਸ਼ਸ ਮਿਲਣਗੇ ਜੀ। ਜਿਵੇਂ ਤੁਸੀਂ ਕਿਹਾ ਸੀ, ਸ਼ਿਵ ਕੁਮਾਰ ਮੇਰੇ ਚੇਤਿਆਂ 'ਚ ਰਹਿੰਦਾ, ਕਿਉਂਕਿ ਉਹਦੀ ਸਿਰਫ ਜਿਹੜੀ ਹੈਗੀ ਸਟਾਈਲ ਜਿਹੜਾ ਹੈਗਾ ਉਹਦਾ ਮੈਂ ਯੂਜ਼ ਕਰਦਾ, ਵਧੀਆ ਲੱਗਦਾ ਮੈਨੂੰ। ਜੀ। ਮਾਏ ਨੀ ਅਸਾਂ ਨਿਉ ਰਾਂਝੇ ਸੰਗ, ਜੀ। ਮਾਏ ਨੀ ਅਸਾਂ ਨਿਉ ਰਾਂਝੇ ਸੰਗ ਲਾਇਆ, ਰੰਗ ਅਸਮਾਨੀ ਜੀ। ਉਹਦਾ ਮੁਖੜਾ ਨੂਰੀ। ਵਾਹ, ਰੰਗ ਅਸਮਾਨੀ ਦਾ ਮੁਖੜਾ ਨੂਰੀ ਜੀ, ਨੀਰੇ ਰੋਮਾਂ ਵਿੱਚ ਸਮਾਇਆ। ਆਹਾ, ਵਾਹ ਵਾਹ। ਮਾਏ ਨੀ ਅਸਾਂ ਨਿਉ ਰਾਂਝੇ ਸੰਗ ਲਾਇਆ। ਕੀ ਬਾਤ, ਕੀ ਬਾਤ। ਵੰਜਲੀ ਸੁਣ ਹੋਈ ਸ਼ਰਾਬਣ ਜੀ। ਵੰਜਲੀ ਸੁਣ ਮੈਂ ਹੋਈ ਸ਼ਰਾਬਣ, ਨੀ ਉਹਨੇ ਐਸਾ ਨਾਦ ਵਜਾਇਆ। ਆਹਾ। ਤੋ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਉਹਦੀ ਬੁੱਕਲ ਦੇ ਵਿੱਚ ਸੂਰਜ ਚੰਦਾ, ਜੀ, ਕੋਈ ਮੇਰਾ ਖਿਆਲ ਲੱਗਦਾ ਕੋਈ ਮੈਂ ਉਹ ਮਦੀਹਾ ਜੀ ਮੈਨੂੰ ਇੱਥੇ ਕਾਲ ਕਰ ਰਹੇ ਸਨ, ਮੈਂ ਕਿਹਾ ਜੇ ਉੱਥੋਂ ਆਵਾਜ਼ ਨਹੀਂ ਆ ਰਹੀ ਤੇ ਮੈਂ ਸ਼ਾਇਦ ਇੱਥੋਂ ਉਹਨਾਂ ਨੂੰ ਲੈ ਸਕਾਂ। ਓਕੇ। ਪਰ ਸ਼ਾਇਦ ਕੋਈ ਟੈਕਨੀਕਲ ਇਸ਼ੂ ਹੈ ਤੇ ਕੋਈ ਗੱਲ ਨਹੀਂ। ਸਾਡੇ ਕੋਲ ਇੱਕ ਹੋਰ ਮਹੇਸ਼ ਸਾਗਰ ਜੀ ਨੇ, ਉਹ ਮੈਂ ਗੁਜ਼ਾਰਿਸ਼ ਕਰਾਂਗਾ ਡਾਕਟਰ ਵੀਨਸ ਨੂੰ ਕਿ ਆਖਰੀ ਸਵਾਲ ਇਹ ਹੋਏਗਾ, ਇਸ ਤੋਂ ਬਾਅਦ ਮੈਂ ਜਸਵੀਰ ਨਈਰ ਸਾਹਿਬਾ ਨੂੰ ਕਹਾਂਗਾ ਕਿ ਉਹ ਆਉਣਗੇ ਔਰ ਇਸ ਸੈਸ਼ਨ ਵਾਸਤੇ ਔਰ ਪ੍ਰਭਾ ਖੇਤਾਨ ਫਾਊਂਡੇਸ਼ਨ ਬਾਰੇ ਤੁਹਾਡੇ ਨਾਲ ਜ਼ਿਕਰ ਕਰਨਗੇ। ਮਹੇਸ਼ ਸਾਗਰ ਜੀ। ਪਹਿਲੇ ਵੱਲ ਤੇ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਸਭ ਨੂੰ ਮੁਬਾਰਕ ਦੇਣਾ ਕਿ ਅਰਵਿੰਦ ਜੀ ਯੂ ਹੈਵ ਕੰਡਕਟਡ ਦ ਮੀਟਿੰਗ ਵੈਰੀ ਵੈਲ, ਔਰ ਮਜ਼ਾ ਆ ਗਿਆ। ਤੁਹਾਡੀ ਜਿਹੜੀ ਆਵਾਜ਼ ਹੈ ਉਹ ਸੁਣ ਕੇ ਬਸ ਉੱਥੋਂ ਨਾਲ ਨਸ਼ਾ ਹੀ ਆ ਜਾਂਦਾ ਤੇ ਬਖਤਾਵਰ ਜੀ ਨਾਲ ਤਾਂ ਸੁਣਨਾ ਤਾਂ ਬਹੁਤ ਹੀ ਬੜੀਆ। ਔਰ ਜਿਹੜਾ ਇਹ ਪ੍ਰੋਗਰਾਮ ਹੋ ਰਿਹਾ ਇਹਦੇ ਉੱਪਰ ਮੈਂ ਸਭ ਨੂੰ ਮੁਬਾਰਕ ਦਵਾਂਗਾ। ਔਰ ਮੈਂ ਇਸ ਵਕਤ ਗੁੜਗਾਉਂ ਹੈਗਾ, ਮੈਂ ਗੁੜਗਾਉਂ ਤੇ ਤੁਹਾਡਾ ਪ੍ਰੋਗਰਾਮ ਦੇਖ ਰਿਹਾ। ਬਹੁਤ ਵਧੀਆ। ਸੋ ਬਖਤਾਵਰ ਜੀ, ਉਸ ਸ਼ੇਰ ਦੇ ਨਾਲ ਮੈਂ ਗੁਜ਼ਾਰਿਸ਼ ਕਰਾਂਗਾ ਡਾਕਟਰ ਵੀਨਸ ਨੂੰ ਕਿ ਡਾਕਟਰ ਜਸਮੀਤ ਨਈਅਰ, ਇੱਕ ਸਾਡੇ ਕੋਲ ਹੋਰ ਨੇ ਪਾਰਟਿਸਪੈਂਟ ਜਿਹੜੇ ਨੇ, ਇਹਨਾਂ ਦਾ ਨਾਮ ਇੱਕ ਪਾਰਟਿਸਪੈਂਟ 10 ਕਰਕੇ ਆ ਰਿਹਾ ਹੈ। ਜੇ ਵੀਨਸ ਇਹਨਾਂ ਨੂੰ ਵੀ ਸਕਰੀਨ ਤੇ ਲੈ ਕੇ ਆ ਸਕਣ, ਤੁਸੀਂ ਆਖਰੀ ਸਵਾਲ ਲੈ ਲਈਏ ਇਹਨਾਂ ਦੇ ਕੋਲੋਂ। ਵੀਨਸ ਜੀ, can we have him?
हेलो वीनस जी या मदीहा, are you audible now? No. Anyways, I would Madiha ji, the message ਸੀ ਕਿ she just wanted to congratulate ਬਖਤਾਵਰ ਜੀ। so ਬਖਤਾਵਰ ਮੀਆਂ ਤੁਹਾਨੂੰ ਪਾਕਿਸਤਾਨ ਤੋਂ ਢੇਰ ਸਾਰੀਆਂ ਦੁਆਵਾਂ ਤੇ ਸਲਾਮ। ਥੈਂਕ ਯੂ ਵੈਰੀ ਮਚ ਮਦੀਹਾ ਜੀ, ਤੁਹਾਡਾ ਬੁੱਲਾ ਜ਼ਰੂਰ ਫਿਰ ਵੇਖਣ ਨੂੰ ਦਿਲ ਕਰਦਾ ਹੈ। क्या बात है, क्या बात है, क्या बात है। सो अपना ਵੀਨਸ ਜੀ ਸਾਡੇ ਕੋਲ ਇੱਕ ਹੋਰ ਨੇ ਪਾਰਟਿਸਪੈਂਟ 10 if you can have him on the line। ਉਹਨਾਂ ਦਾ ਆਡੀਓ ਆਨ ਹੈ, ਉਹ ਵੀਡੀਓ ਉਹ ਆਨ ਕਰ ਨਹੀਂ ਰਹੇ ਨੇ ਮੇਰੇ ਵੱਲੋਂ। ਉਹਨਾਂ ਦਾ ਵੀਡੀਓ ਆਡੀਓ ਤੇ ਆਪਣਾ ਕੁਐਸਚਨ ਕਰ ਸਕਦੇ ਨੇ ਹੋ। ਹਾਂ ਹਾਂ ਕੋਈ ਨਹੀਂ। ਸੋ ਮੈਂ ਕਈ ਵਾਰੀ ਕੋਈ ਟੈਕਨੀਕਲ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਫਸਾ ਦਿੰਦੀਆਂ ਨੇ, ਪਰ ਵੀ ਆਰ ਹੈਪੀ ਕਿ ਸਾਡੇ ਕੋਲ ਇਹ ਵੀ ਇੱਕ ਬਹੁਤ ਵੱਡਾ ਸਾਧਨ ਹੈ, ਮਾਧਿਅਮ ਹੈ, ਅਸੀਂ ਇਸ ਮਾਧਿਅਮ ਨਾਲ ਪੂਰੀ ਦੁਨੀਆ 'ਚ ਪਹੁੰਚ ਸਕਦੇ ਹਾਂ। ਸੋ ਮੇਰੀ ਗੁਜ਼ਾਰਿਸ਼ ਹੈ ਡਾਕਟਰ ਜਸਮੀਤ ਨਈਅਰ ਸਾਡੇ ਇਸ ਇੱਕ ਹੋਰ ਕੁਐਸਚਨ ਹੈ, ਸੌਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਮਦੀਹਾ ਜੀ ਵੱਲੋਂ। A verse recited by Arvinder ji in the beginning has the color of Khwaja Farid. So is Khwaja Farid his inspiration? Definitely सारे ही सूफियां दा रंग मोहे रंग दो अपने रंग में लालन, लाल रंग तिसको लगा जिसके बड़ भागा। यकीनन मदीहा जी ख्वाजा फरीद ਦੇ ਨਾਲ ਤੇ ਮੇਰਾ ਇਦਾਂ ਦਾ ਰਿਸ਼ਤਾ ਹੈ ਜੀ ਕਿ ਉਹ ਕਹਿੰਦਾ ਨਾ ਲਾਲੀ लाल की जित देखूं तित लाल, लाली मेरे लाल की जित देखूं तित लाल, लाली देखण मैं गई ते मैं भी हो गई लाल। ख्वाजा नाल ते बेशक 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 गुरुपदेश जी लाइन ते ने, और मैं वीनस जी नु कहांगा कि गुरुपदेश जी नु लैन, और फिर जसमीत नैयर जी प्लीज बी रेडी बिकॉज वी आर रनिंग शॉर्ट ऑफ टाइम एंड 6 वी विल बी क्लोजिंग। जी गुरुपदेश जी। Venus ji, can we have Gurupadesh ji on? Venus ji. He has to switch on his video. Gurupadesh ji, kindly अपना video on करो। ਤੁਹਾਡੀ ਸਕਰੀਨ ਦੇ ਉੱਤੇ ਥੱਲੇ ਇੱਕ ਸਾਈਨ ਬਣਿਆ ਹੈ ਵੀਡੀਓ ਦਾ, ਉਹਨੂੰ ਔਨ ਕਰੋਗੇ ਤਾਂ ਤੁਸੀਂ ਵਿਜ਼ੀਬਲ ਹੋਵੋਗੇ ਸਾਨੂੰ। जी जी गुरुपदेश जी आ गए ने जी। एनीवेज मैंने लगता है फिर कोई टेक्निकल इशू है। सो आई वुड रिक्वेस्ट, ਅਸੀਂ ਆਲਰੇਡੀ 2 ਮਿੰਟ ਸ਼ਾਰਟ ਹਾਂ ਬਿਫੋਰ 6 ਐਂਡ ਆਈ ਵੁਡ ਰਿਕੁਐਸਟ ਡਾਕਟਰ ਜਸਮੀਤ ਨਈਅਰ ਜੀ ਤੇ ਤੁਹਾਡਾ ਬਖਤਾਵਰ ਜੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਇਸ ਬੈਠਕ ਦੇ ਵਿੱਚ ਸਾਨੂੰ ਰੱਬ ਦੇ ਉਸ ਨੇੜੇ ਕੀਤਾ ਜਿਹੜੀਆਂ ਲਿਖਤਾਂ ਦੇ ਨਾਲ ਅਸੀਂ ਤੁਹਾਡੇ ਰਾਹੀਂ ਜੁੜੇ ਹਾਂ। ਮੇਰੀ ਵੱਡੀ ਆਪਾ ਸਾਫੀਆ ਸਹਿਰ ਇਹ ਮੁਲਤਾਨ ਤੋਂ ਤੁਹਾਨੂੰ ਆਪਣੀਆਂ ਦੁਆਵਾਂ ਦੇ ਰਹੇ ਨੇ ਔਰ ਇਸ ਸਕਰੀਨ ਤੇ ਨਜ਼ਰ ਆ ਰਹੇ ਨੇ। ਸੋ ਡਾਕਟਰ ਜਸਮੀਤ ਨਈਅਰ ਸਾਹਿਬਾ। थैंक यू वेरी मच, थैंक यू वेरी मच नईयर साहिबा, थैंक यू जी। जी जसमीत जी ਤੁਹਾਨੂੰ ਆਵਾਜ਼, ਤੁਹਾਡੀ ਆਵਾਜ਼। हेलो जी 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 मेरी आवाज आ रही है ਤੁਹਾਡੇ तक? जी जी बिल्कुल आ रही है, तुम्हारी आवाज आ रही है। नहीं ਤੁਹਾਡੇ ਕੋਈ ਟੈਕਨੀਕਲ ਫਾਲਟ ਹੈ ਜਿਹੜਾ ਕਰਕੇ ਤੁਹਾਡੀ ਆਵਾਜ਼ ਨਹੀਂ ਆ ਰਹੀ, ਵਿੱਚ ਰੁਕ ਰਹੀ ਹੈ। ਤਜਿੰਦਰ ਛੀਨਾ ਜੀ ਨੇ, ਤਜਿੰਦਰ ਛੀਨਾ ਜੀ ਨੂੰ ਅਸੀਂ ਲੈ ਸਕੀਏ ਨਾਲ ਤੇ ਜੀ ਜੀ ਤਜਿੰਦਰ ਛੀਨਾ ਜੀ कोई सवाल एनीवेज ਮੈਨੂੰ ਲੱਗਦਾ ਹੈ ਕਿ ਜੇ ਅਸੀਂ ਤਜਿੰਦਰ ਛੀਨਾ ਜੀ ਨੂੰ ਲੈ ਸਕੀਏ ਵੀਨਸ ਜੀ। नहीं ओके एनीवेज मैंने लगता है जसमीत नईयर साहिबा ਤੁਹਾਡੇ ਕਿਤੇ ਇੰਟਰਨੈਟ ਦੀ ਕੋਈ ਬੈਂਡਵਿਡਥ ਘੱਟ ਹੈ ਜਿਸ ਕਰਕੇ ਤੁਹਾਡੀ ਆਵਾਜ਼ ਸਾਰੇ ਦਰਸ਼ਕਾਂ ਸਾਰੇ ਸਰੋਤਿਆਂ ਤੱਕ नहीं पहुंच रही। जी ਹੁਣ आ रही है, बिल्कुल आ रही है।
जसमीत आई है। क्योंकि टेक्निकल डिफिकल्टीज बहुत आ रही हैं, आई एम गोइंग टू वाइंड इट अप। हाँ नहीं, ਤੁਹਾਡੀ ਆਵਾਜ਼ ਕੱਟ ਰਹੀ ਹੈ, ਆਵਾਜ਼ ਕੱਟ ਰਹੀ ਹੈ ਤੁਹਾਡੀ। ਕੋਈ ਗੱਲ ਨਹੀਂ, ਇਹ ਜ਼ਿੰਮੇਵਾਰੀ ਤੁਹਾਡੇ ਕੋਲੋਂ ਮੈਂ ਇਜਾਜ਼ਤ ਲੈ ਕੇ ਮੈਂ ਨਿਭਾ ਦੇਣਾ। ਤੁਹਾਡੀ ਆਵਾਜ਼ ਕੱਟ ਰਹੀ ਹੈ। ਸੋ ਪਿਆਰੇ ਦਰਸ਼ਕੋ, ਦੁਨੀਆ ਭਰ ਤੋਂ ਜਿੰਨੇ ਵੀ ਸਾਡੇ ਨਾਲ ਅੱਜ ਇਸ ਗਲਵਕੜੀ ਦੇ ਵਿੱਚ ਪ੍ਰਭਾ ਖੈਤਾਨ ਫਾਊਂਡੇਸ਼ਨ ਔਰ ਮਾਝਾ ਹਾਊਸ ਦੇ ਇਸ ਆਖਰ ਬੈਨਰ ਹੇਠ ਜਿਹੜੀ ਅਸੀਂ ਇਹ ਗਲਵਕੜੀ ਬਖਤਾਵਰ ਜੀ ਦੇ ਨਾਲ ਪਾਈ ਔਰ ਯਾਕੂਬ ਗਿੱਲ ਜੀ ਦੇ ਨਾਲ ਪਾਈ, ਜਿੰਨੇ ਵੀ ਤੁਸੀਂ ਦਰਸ਼ਕ ਸਾਡੇ ਨਾਲ ਜੁੜੇ, ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਤੇ ਬਖਤਾਵਰ ਜੀ, ਜਦੋਂ ਇਹ ਹਾਲਾਤ ਠੀਕ ਹੁੰਦੇ ਨੇ, ਸੋਸ਼ਲ ਡਿਸਟੈਂਸਿੰਗ ਦੇ ਨੋਰਮਸ, ਵਾਪਸ ਅਸੀਂ ਮੁੜ ਉੱਥੇ ਪਹੁੰਚ ਜਾਂਦੇ ਹਾਂ ਔਰ ਉਹ ਪਰਵਰਦਿਗਾਰ ਤੁਹਾਡੀ ਉਸ ਬੇਨਤੀ ਨੂੰ ਕਿ ਸਾਡੀ ਭੁੱਲ ਬਖਸ਼ੋ ਕਰਤਾਰ ਸੁਣ ਲੈਂਦਾ ਹੈ ਤੇ ਅਸੀਂ ਵਾਪਸ ਜਦੋਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਫਿਰ ਇੱਕ ਵਾਰੀ ਮਾਝਾ ਹਾਊਸ ਦੇ ਵਿਹੜੇ ਦੇ ਵਿੱਚ ਤੁਹਾਨੂੰ ਅਸੀਂ ਦਾਵਤ ਦਿਆਂਗੇ, ਸੱਦਾ ਦਿਆਂਗੇ ਤੇ ਫਿਰ ਮਿੱਠੀ ਗਲਵਕੜੀ ਉੱਥੇ ਪਾਵਾਂਗੇ। ਇਸ ਵੇਲੇ ਸਾਡੇ ਕੋਲੋਂ ਇਸ ਤਰ੍ਹਾਂ ਨਮਨ ਦੇ ਨਾਲ ਉਹ ਸਾਡਾ ਦੁਸ਼ਾਲਾ ਵੀ ਪ੍ਰਵਾਨ ਕਰੋ ਔਰ तमाम ਦਰਸ਼ਕਾਂ ਨੂੰ ਮੈਂ ਧੰਨਵਾਦ ਕਹਿੰਦਾ ਹੋਇਆ ਇਸ ਮੀਟਿੰਗ ਤੋਂ ਹੁਣ ਵਿਦਾ ਲੈਣਾ ਹਾਂ। ਧੰਨਵਾਦ ਤੁਹਾਡੇ ਸਾਰਿਆਂ ਦਾ। ਡਾਕਟਰ ਵੀਨਸ ਜਿਨ੍ਹਾਂ ਨੇ ਟੈਕਨੀਕਲ ਸੈਸ਼ਨ ਨੂੰ ਬਹੁਤ ਬਖੂਬੀ ਨਿਭਾਇਆ ਔਰ ਪ੍ਰਿੰਟ ਐਂਡ ਮੀਡੀਆ ਨੂੰ ਡਾਕਟਰ ਗੁਰ ਪ੍ਰਤਾਪ ਜਿਹੜਾ ਬਹੁਤ ਸੋਹਣਾ ਨਿਭਾਉਂਦੇ ਨੇ, ਤੁਹਾਡਾ ਸਾਰਿਆਂ ਦਾ ਧੰਨਵਾਦ। ਪ੍ਰੀਤੀ ਗਿੱਲ ਜੀ ਜਿਨ੍ਹਾਂ ਦੇ ਕੰਪਲੀਟ ਇੰਸਪੀਰੇਸ਼ਨ ਦੇ ਨਾਲ, ਜਿਨ੍ਹਾਂ ਦੇ ਕੰਪਲੀਟ ਸ਼ਾਇਦ ਮੋਟੀਵੇਸ਼ਨ ਦੇ ਨਾਲ ਅਸੀਂ ਇਹ ਕੰਮ ਕਰਦੇ ਹਾਂ, ਉਹਨਾਂ ਦਾ ਧੰਨਵਾਦ ਤੇ ਤੁਹਾਡੇ ਸਾਰਿਆਂ ਦਾ ਧੰਨਵਾਦ। ਥੈਂਕ ਯੂ।